ਚੋਪਈ ਇਤਿਆਦਿਕ ਤਬ ਬਰਨਿਓ ਤਾਹਾ ਜਗਿਓ ਪਵੀਤ ਸੁਖਦ ਸਚ ਮਹਾ ਮਨ ਮਤ ਕਰ ਮੈਂ ਤਿਆਗਿਓ ਨਾਈ ਖੋਜ ਲੀਨ ਗੁਰ ਆਸ਼ੇ ਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਮੇਰੀ ਪੀਰੀ ਦਿਵਸ ਹੈ ਅੱਜ ਦੇ ਦਿਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਆਪਣੇ ਗਾਤਰੇ 2 ਸ਼ਮਸ਼ੀਰਾਂ ਧਾਰਨ ਕੀਤੀਆਂ ਔਰ ਬਚਨ ਕੀਤਾ ਇੱਕ ਮੀਰੀ ਦੀ ਇੱਕ ਪੀਰੀ ਦੀ। ਸਿੱਖਾਂ ਦੇ ਅੰਦਰ ਪੀਰੀ ਦੇ ਸਿਧਾਂਤ ਦੇ ਨਾਲ ਨਾਲ ਮੀਰੀ ਦਾ ਸਿਧਾਂਤ ਦੇ ਕੇ ਇੱਕ ਰਾਜ ਕਰਨ ਦਾ ਸੰਕਲਪ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਬਖਸ਼ਿਸ਼ ਕੀਤਾ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਉਸ ਰਾਜ ਕਰਨ ਦੇ ਸੰਕਲਪ ਨੂੰ ਖਾਲਸੇ ਨੇ ਆਪਣੇ ਹਿਰਦੇ 'ਚ ਧਾਰਨ ਕਰਕੇ ਖਾਲਸਾ ਰਾਜ ਕਾਇਮ ਵੀ ਕੀਤਾ। ਉਸ ਰਾਜ ਨੂੰ ਹਲੇਮੀ ਰਾਜ ਨੂੰ ਕਾਇਮ ਕਰਨ ਲਈ ਅਨੇਕਾਂ ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ। ਕੀ ਕਾਰਨ ਸੀ ਕਿ ਗੁਰਦੇਵ ਨੂੰ ਧਰਮ ਦੇ ਨਾਲ ਨਾਲ ਪੀਰੀ ਦੇ ਨਾਲ ਨਾਲ ਮੀਰੀ ਦਾ ਸਿਧਾਂਤ ਦੇਣਾ ਪਿਆ? ਇਹਦਾ ਕਾਰਨ ਸੀ ਕਿ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਿਆ ਕਰਦੇ। ਧਰਮ ਨੂੰ ਸदैवी ਹੋਂਦ ਦੇਣ ਵਾਸਤੇ ਰਾਜ ਅਤੀ ਜ਼ਰੂਰੀ ਹੈ। ਰਾਜ ਬਿਨਾਂ ਨਹਿ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤਦੇ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਇਹ ਪੰਕਤੀਆਂ ਲਿਖੀਆਂ ਨੇ। ਤੋ ਰਾਜ ਕਰਨ ਦਾ ਸੰਕਲਪ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਦਿੱਤਾ ਔਰ ਉਹ ਸੰਕਲਪ ਅੱਜ ਵੀ ਸਿੱਖਾਂ ਦੇ ਹਿਰਦਿਆਂ ਵਿੱਚ ਤਦੇ ਪੜ੍ਹਿਆ ਜਾਂਦਾ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ। ਮੇਰੀ ਪੀਰੀ ਦੇ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਨੇ। ਸ਼ਸਤਰ ਧਾਰਨ ਕਰਨ ਦਾ ਦਿਨ ਕਹਿ ਸਕਦੇ ਹਾਂ ਅੱਜ ਦਾ ਦਿਨ, ਕਿ ਸदैवी ਕਾਲ ਵਾਸਤੇ ਆਪਣੇ ਸਿੱਖਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਭਗਉਤੀ ਨਾਲ ਸ਼ਸਤਰਾਂ ਦੇ ਨਾਲ ਜੋੜ ਦਿੱਤਾ। ਕਲਗੀਧਰ ਸਵਾਮੀ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕਰਦੇ ਨੇ, ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ ਕਰੇ ਏਕ ਤੇ ਦਵੈ ਸੁਪੱਟਾ ਹਾਥ ਸੋਹੀ। ਭਗਉਤੀ ਸਤੋਤਰ ਨਾਮ ਦੀ ਬਾਣੀ ਹੈ ਕਲਗੀਧਰ ਸਵਾਮੀ ਜੀ ਦੀ।
ਜਿੱਥੇ ਗੁਰਦੇਵ ਨੇ ਭਗਉਤੀ ਨੂੰ, ਸ੍ਰੀ ਸਾਹਿਬ ਨੂੰ, ਤਲਵਾਰ ਨੂੰ ਨਮਸਕਾਰ ਕਰਦਿਆਂ ਕਿਹਾ, ਨਮੋ ਸ੍ਰੀ ਭਗਉਤੀ ਬੜੈਲੀ ਸਰੋਹੀ। ਇਹ ਕਿਸਮਾਂ ਹੁੰਦੀਆਂ ਤਲਵਾਰ ਦੀਆਂ। ਨਮਸਕਾਰ ਹੈ ਭਗਉਤੀ ਨੂੰ, ਬੜੈਲੀ ਨੂੰ, ਸਰੋਹੀ ਨੂੰ। ਕਰੇ ਇੱਕ ਤੇ ਦੁਐ ਸੁਪਟਾ ਹਾਥ ਸੋਹੀ। ਇੱਕ ਤੋਂ ਦੋ ਕਰਨ ਦੀ ਤਾਕਤ ਰੱਖਦੀ ਹੈ ਔਰ ਛਤਰੀਆਂ ਦੇ, ਸੂਰਮਿਆਂ ਦੇ, ਬਹਾਦਰਾਂ ਦੇ, ਯੋਧਿਆਂ ਦੇ ਹੱਥਾਂ ਦੇ ਵਿੱਚ ਸ਼ੋਭਨੀਕ ਹੁੰਦੀ ਹੈ। ਤਦੇ ਗੁਰਦੇਵ ਨੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਆਪਣੇ ਗਾਤਰੇ ਧਾਰਨ ਕਰਕੇ ਸਿੱਖਾਂ ਨੂੰ ਸदैवी ਕਾਲ ਵਾਸਤੇ ਸ਼ਸਤਰਧਾਰੀ ਬਣਾ ਦਿੱਤਾ। ਕਲਗੀਧਰ ਸੁਆਮੀ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। 10ਵੇਂ ਪਾਤਸ਼ਾਹ ਨੇ ਚੋਜ ਰਚਿਆ ਹੈ। ਚੋਜ ਇਸ ਤਰ੍ਹਾਂ ਰਚਿਆ ਕਿ ਕਈ ਸੁਭਾਵਕ ਤੌਰ ਤੇ ਭਾਵੇਂ ਕਿ ਉਹਨਾਂ ਨੇ ਗੁਰਸਿੱਖੀ ਦੀਆਂ ਰਹੁ ਰੀਤੀਆਂ ਧਾਰਨ ਕਰ ਲਈਆਂ ਸਨ, ਪਰ ਅਨ ਮਤਾਂ ਦੀਆਂ ਕੁਝ ਰੀਤੀਆਂ ਹਾਲੇ ਵੀ ਪਾਲ ਰਹੇ ਸੀ। ਉਹ ਅਨ ਮਤਾਂ ਦੀਆਂ ਰੀਤੀਆਂ ਤੋਂ ਸदैवी ਕਾਲ ਲਈ ਖਾਲਸੇ ਨੂੰ ਸੁਤੰਤਰ ਕਰਨ ਲਈ, ਨਿਰਾਲਾ ਤੇ ਵੱਖਰਾ ਕਰਨ ਲਈ ਮਹਾਰਾਜ ਜੀ ਨੇ ਇਹ ਚੋਜ ਰਚਿਆ ਹੈ। ਸਤਿਗੁਰਾਂ ਦੇ ਤਲਵਾਰ ਦੇ ਵਿੱਚੋਂ, ਮਿਆਨ ਦੇ ਵਿੱਚੋਂ ਤਲਵਾਰ ਨਿਕਲਦੀ ਹੈ। ਬਚਨ ਕੀਤਾ ਕੋਈ ਡੋਰੀ ਹੋਵੇ। ਭਾਈ ਦਇਆ ਸਿੰਘ ਜੀ ਦੇ ਗਲ ਵਿੱਚ ਪਾਇਆ ਹੋਇਆ ਉਹ ਜਨੇਊ ਮਹਾਰਾਜ ਜੀ ਨੂੰ ਲਾਹ ਕੇ ਦੇ ਦਿੱਤਾ। ਮਹਾਰਾਜ ਆ ਲੋ। ਕੁਝ ਸਿੱਖ ਕਹਿਣ ਲੱਗੇ, ਦਇਆ ਸਿੰਘ ਤੁਸੀਂ ਜਨੇਊ ਪਾ ਲਓ। ਕਹਿਣ ਲੱਗੇ, ਮੈਂ ਕਿਉਂ ਪਾਵਾਂ ਭਾਈ, ਮੈਂ ਤਾਂ ਗੁਰੂ ਚਰਨਾਂ 'ਚ ਸਮਰਪਣ ਕਰ ਦਿੱਤਾ ਹੈ। ਕਲਗੀਧਰ ਜੀ ਨੂੰ ਆ ਕੇ ਕੁਝ ਸਿੱਖਾਂ ਨੇ ਕਿਹਾ। ਮਹਾਰਾਜ ਜੀ ਨੇ ਵੀ ਵਿਅੰਗ ਕਰਦੇ ਆਖਿਆ, ਕਹਿੰਦੇ ਧੱਕੇ ਨਾਲ ਪਾ ਦਿਓ ਜੇ ਨਹੀਂ ਪਾਉਂਦਾ। ਜਦੋਂ ਵਾਪਸ ਆਏ ਭਾਈ ਦਇਆ ਸਿੰਘ ਨੂੰ ਕਿਹਾ, ਭਾਈ ਸਾਹਿਬ ਨੇ ਸਿੱਖ ਦੇ ਜਨੇਊ ਦਾ ਜ਼ਿਕਰ ਕੀਤਾ ਕਿ ਸਿੱਖ ਨੇ ਕਿਹੜਾ ਜਨੇਊ ਆਪਣੇ ਗਾਤਰੇ 'ਚ ਧਾਰਨ ਕੀਤਾ, ਸਰੀਰ ਤੇ ਧਾਰਨ ਕੀਤਾ ਹੋਇਆ। ਜਗਤ ਗੁਰੂ ਬਾਬਾ ਜੀ ਦੇ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤੇ। ਦਇਆ ਕਪਾਹਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੈ ਪਾਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਉਚਾਰਨ ਕਰਕੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੁਕਮ ਕੀਤਾ ਹੈ ਕਿ ਐ ਗੁਰਸਿੱਖੋ, ਆ ਜਨੇਊ ਹੈ ਜਿਹੜਾ ਸदैवी ਕਾਲ ਵਾਸਤੇ ਮਨੁੱਖ ਦੇ ਸਰੀਰ ਦੇ ਅੰਦਰ ਧਾਰਨ ਕਰਕੇ ਰੱਖਣ ਯੋਗ ਹੈ। ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਇਹ ਜਨੇਊ, ਇਹ ਜੰਜੂ, ਇਹ ਜੱਗਿਓ ਪਵੀਤ ਨਾਲ ਨਿਭਦਾ ਹੈ। ਆ ਜਿਹੜੇ ਧਾਗੇ ਦੇ ਬਣਾਏ ਜਨੇਊ ਨੇ, ਇਹ ਮੈਲੇ ਵੀ ਹੋ ਜਾਂਦੇ ਨੇ, ਟੁੱਟ ਵੀ ਜਾਂਦੇ ਨੇ, ਸੜ ਵੀ ਜਾਂਦੇ ਨੇ, ਇਹ ਨਾਲ ਵੀ ਨਹੀਂ ਨਿਭਦੇ। ਆ ਜਨੇਊ ਹੈ ਜਿਹੜਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦੱਸਿਆ, ਜਿਹੜਾ ਸदैवी ਕਾਲ ਵਾਸਤੇ ਨਾਲ ਨਿਭਦਾ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਨਾਲ ਜਿਹੜੀ ਵਾਰਤਾ ਹੋਈ ਹੈ, ਔਰ 10ਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਹੁਕਮ ਕਰ ਰਹੇ ਨੇ, ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਦਸਮੇਸ਼ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸਾਵਧਾਨ ਇਕਾਗਰ ਚੀਤ। ਸਾਵਧਾਨੀ ਵਾਸਤੇ, ਇਕਾਗਰਤਾ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤਿਆਦਿਕ ਤਵ ਬਰਨਿਓ ਤਹਾਂ। ਇਤਿਆਦਿਕ ਕੇ ਬਚਨ ਜੋ ਉੱਪਰ ਸ਼ਲੋਕ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਨੇ, ਉਹਨਾਂ ਬਚਨਾਂ ਦਾ ਵਰਣਨ ਭਾਈ ਦਇਆ ਸਿੰਘ ਜੀ ਨੇ ਕੀਤਾ ਹੈ। ਜਗਿਓ ਪਵੀਤ ਸੁਖਦ ਸਚ ਮਹਾ। ਆਖਿਆ ਗੁਰਸਿੱਖੋ, ਆ ਹੈ ਉਹ ਪਵਿੱਤਰ ਜੰਜੂ, ਆ ਹੈ ਉਹ ਪਵਿੱਤਰ ਜਨੇਹੂ,
ਜਿਹੜਾ ਦਇਆ ਦੀ ਕਪਾਹ ਨਾਲ, ਸੰਤੋਖ ਦੇ ਸੂਤਰ ਨਾਲ, ਜਤ ਦੀਆਂ ਗੰਢਾਂ ਦੇ ਨਾਲ ਸੱਤ ਦੁਆਰਾ ਵਟਿਆ ਜਾਂਦਾ ਹੈ। ਇਹ ਹੈ ਉਹ ਜਨੇਊ ਜਿਹੜਾ ਨਾ ਟੁੱਟਦਾ ਹੈ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ। ਮਨ ਮਤ ਕਰ ਮੈਂ ਤਿਆਗਿਓ ਨਾਈ। ਮੈਂ ਜਿਹੜਾ ਪਹਿਲਾ ਧਾਗਾ ਪਾਇਆ ਹੋਇਆ ਸੀ ਗਲ ਦੇ ਵਿੱਚ, ਉਹ ਪਹਿਲਾਂ ਮਨਮਤ ਕਰਕੇ ਧਾਰਨ ਕੀਤਾ ਹੋਇਆ ਸੀ। ਉਹ ਜਲੀਨ ਗੁਰ ਆਸ਼ੇ ਮਾਈ। ਮੈਂ ਉਹਦਾ ਤਿਆਗ ਕਰਕੇ ਸਤਿਗੁਰਾਂ ਦੇ ਆਸ਼ੇ ਵਿੱਚੋਂ, ਸਤਿਗੁਰਾਂ ਦੇ ਸਿਧਾਂਤ ਵਿੱਚੋਂ, ਗੁਰਬਾਣੀ ਚੋਂ ਸੱਚੇ ਜਨੇਊ ਨੂੰ ਖੋਜ ਲਿਆ, ਲੱਭ ਲਿਆ। ਜਿਹੜਾ ਅਸਲ ਤੇ ਸੱਚਾ ਜਨੇਊ ਹੈ, ਉਹ ਜਨੇਊ ਮੈਂ ਆਪਣੇ ਅੰਦਰ ਧਾਰਨ ਕਰ ਲਿਆ ਹੈ। ਰਾਵਰ ਕੀ ਆਇਸ ਸਿਰ ਧਰੈ। ਇਹ ਕਲਗੀਧਰ ਸੁਆਮੀ ਜੀ, ਆਪ ਜੀ ਦੀ ਜੋ ਪਵਿੱਤਰ ਆਗਿਆ ਹੈ, ਆਪ ਜੀ ਦਾ ਜੋ ਪਵਿੱਤਰ ਹੁਕਮ ਹੈ, ਆਪ ਜੀ ਦੇ ਹੁਕਮ ਨੂੰ ਅਸੀਂ ਸਿਰ ਮੱਥੇ ਤੇ ਧਾਰਨ ਕੀਤਾ ਹੈ। ਉਚਰੋ ਅਬ ਤੈਸੇ ਸਭ ਕਰੈ। ਹੁਣ ਅੱਗੇ ਵਾਸਤੇ ਆਪ ਜੀ ਦਾ ਕੀ ਹੁਕਮ ਹੈ ਜੋ ਸਾਰੇ ਪੰਥ ਵਾਸਤੇ ਲਾਗੂ ਹੋਵੇ, ਕੇਵਲ ਹੁਣ ਵਰਤਮਾਨ ਦੇ ਸਮੇਂ 'ਚ ਹੀ ਨਹੀਂ। ਉਹ ਹੁਕਮ ਫਰਮਾਓ ਜਿਹੜਾ ਆਉਣ ਵਾਲੇ ਸਮੇਂ 'ਚ ਜੁਗਾਂ ਜੁਗਾਂਤਰਾਂ ਤਾਈਂ ਆਪ ਜੀ ਦੇ ਖਾਲਸੇ ਪੰਥ ਵਾਸਤੇ ਲਾਗੂ ਹੋਵੇ। ਉਹ ਵਚਨ ਆਪ ਜੀ ਕਿਰਪਾ ਕਰਕੇ ਫਰਮਾਓ ਮਹਾਰਾਜ ਕਿ ਸਿੱਖ ਨੂੰ ਜਨੇਊ ਪਾਣਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੇ ਅਨਮਤੀਏ ਲੋਕ ਐਸੇ ਸਨ ਜਿਹੜੇ ਨਾਲੇ ਤਾਂ ਗੁਰੂ ਘਰ ਆਉਂਦੇ, ਨਾਲੇ ਅਨਮਤਾਂ ਦੀਆਂ ਜਿਹੜੀਆਂ ਰੀਤੀਆਂ ਉਹ ਵੀ ਪਾਲੀ ਜਾਂਦੇ ਸਨ। ਮਹਾਰਾਜ ਜੀ ਨੇ ਆਖਿਆ, ਗੁਰਸਿੱਖੋ ਤੁਸੀਂ ਸੁਤੰਤਰ ਹੋ, ਹਿੰਦੂ ਤੁਰਕਨ ਤੇ ਨਿਆਰਾ। ਤੁਹਾਡਾ ਦੋਨਾਂ ਤੋਂ ਨਿਰਾਲਾ ਪੰਥ ਹੈ, ਵੱਖਰਾ ਰਾਹ ਹੈ, ਤੁਹਾਡਾ ਨਿਰਾਲਾਪਨ ਹੈ, ਤੇ ਤੁਸੀਂ ਇਹਨਾਂ ਜਿਹੜੀਆਂ ਅਨਮਤਾਂ ਦੀਆਂ ਰੀਤੀਆਂ ਨੇ ਇਹਨਾਂ ਤੋਂ ਵੀ ਤੁਸੀਂ ਸੁਤੰਤਰ ਹੋ। ਇਹ ਮਹਾਰਾਜ ਜੀ ਨੇ ਸਮਝਾਉਣਾ ਸੀ ਆਪਣੇ ਸਿੱਖਾਂ ਨੂੰ ਸदैवी ਕਾਲ ਵਾਸਤੇ। ਭਾਈ ਦਇਆ ਸਿੰਘ ਸਾਹਿਬ ਕਹਿਣ ਲੱਗੇ, ਮਹਾਰਾਜ ਐਸਾ ਹੁਕਮ ਫਰਮਾਓ ਜਿਹੜਾ ਹੁਣ ਵਾਸਤੇ ਹੀ ਨਹੀਂ, ਆਉਣ ਵਾਲੇ ਸਮੇਂ ਵਿੱਚ ਜੁਗਾਂ ਜੁਗਾਂਤਰਾਂ ਤੱਕ ਆਪ ਜੀ ਦੇ ਖਾਲਸੇ ਪੰਥ ਵਾਸਤੇ ਵਿਹਿਤ ਰਹੇ, ਗੁਰਸਿੱਖਾਂ ਦੇ ਪਾਲਣ ਵਾਸਤੇ ਹੋਵੇ। ਐਸਾ ਹੁਕਮਨਾਮਾ ਆਪ ਜੀ ਆਪਣੇ ਮੁਖਾਰਬਿੰਦ ਚੋਂ ਜਾਰੀ ਕਰੋ। ਦਇਆ ਸਿੰਘ ਕੋ ਸੁਨਿਓ ਸੋ ਆਸ਼ੇ। ਜਦੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਇਹ ਬੇਨਤੀ, ਇਹ ਸਤਿਗੁਰਾਂ ਦੀ ਆਪਣੀ ਰਚੀ ਹੋਈ ਲੀਲਾ ਸੀ। ਕਈ ਸ਼ੰਕਾ ਕਰ ਸਕਦੇ ਨੇ ਕਿ ਭਾਈ ਸਾਹਿਬ ਨੂੰ ਤਾਂ ਖੰਡੇ ਦੀ ਪੌਲ ਛਕਾ ਦਿੱਤੀ ਸੀ ਕਲਗੀਧਰ ਨੇ, ਤੇ ਜਦੋਂ ਖੰਡੇ ਦੀ ਪੌਲ ਛਕਾਈ ਉਦੋਂ ਉਹਨਾਂ ਦੇ ਗਲ ਵਿੱਚੋਂ ਜਨੇਊ ਲੁਹਾਇਆ ਨਹੀਂ। ਖਾਲਸਾ ਜੀ, ਜਿਹੜਾ ਦੁਬਾਰਾ ਇਹ ਜਨੇਊ ਉਹਨਾਂ ਦੇ ਗਲ ਚੋਂ ਉਤਾਰਿਆ ਜਾ ਰਿਹਾ ਹੈ, ਦਰਅਸਲ ਇਹ ਮਹਾਰਾਜ ਜੀ ਨੇ ਲੀਲਾ ਰਚੀ ਸੀ ਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ, ਸਿੱਖਾਂ ਨੂੰ ਸदैवी ਕਾਲ ਲਈ ਉਪਦੇਸ਼ ਦੇਣ ਵਾਸਤੇ। ਭਾਈ ਸਾਹਿਬ ਦੇ ਗਲ ਵਿੱਚ ਪਹਿਲਾਂ ਜਨੇਊ ਨਹੀਂ ਸੀ ਜਦੋਂ ਅੰਮ੍ਰਿਤ ਛਕਿਆ ਹੈ, ਪਰ ਇਹ ਸਤਿਗੁਰਾਂ ਨੇ ਜਾਣ ਬੁੱਝ ਕੇ, ਕਿਉਂਕਿ ਬਹੁਤ ਸਾਰੇ ਲੋਕ ਐਸੇ ਸਨ ਸਿੱਖ ਧਰਮ ਦੇ ਵਿੱਚ ਵੀ, ਸਿੱਖ ਪੰਥ ਦੇ ਵਿੱਚ ਵੀ, ਜਿਹੜੇ ਜਨੇਊ ਪਾ ਲਿਆ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਹੁਣ ਨਹੀਂ ਇਹ ਮਰਿਆਦਾ ਚੱਲਣੀ। ਹੁਣ ਸੰਪੂਰਨ ਮਨੁੱਖ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ, ਉਸ ਸੰਪੂਰਨ ਸਿੱਖ ਦੀ ਰਚਨਾ ਹੋ ਚੁੱਕੀ ਹੈ। ਹੁਣ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧ ਘਾਟ ਨਹੀਂ ਕੀਤਾ ਜਾ ਸਕਦਾ। ਸੰਪੂਰਨ ਗੁਰਸਿੱਖ ਧਰਮ ਦੀ, ਸੰਪੂਰਨ ਸਿੱਖ ਸਿਧਾਂਤ ਦੀ ਸੰਪੂਰਨ ਰੂਪ ਦੇ ਵਿੱਚ ਰਚਨਾ ਹੋ ਚੁੱਕੀ ਹੈ। ਇਸ ਕਰਕੇ ਗੁਰਦੇਵ ਨੇ ਖੇਡ ਰਚੀ ਸੀ। ਜਦੋਂ ਭਾਈ ਦਇਆ ਸਿੰਘ ਸਾਹਿਬ ਦਾ ਆਸ਼ਾ ਮਹਾਰਾਜ ਜੀ ਨੇ ਸਮਝਿਆ, ਕਲਗੀਧਰ ਸੁਆਮੀ ਜੀ ਨੇ ਉਸ ਵਕਤ ਸਾਰੀ ਸੰਗਤ ਨੂੰ ਉਪਦੇਸ਼ ਦੇਂਦਿਆਂ ਮੁਖਾਰਬਿੰਦ ਚੋਂ ਬਚਨ ਕਹੇ, ਪ੍ਰੇਮ ਪਰਖ ਕਰ ਗੁਰੂ ਪ੍ਰਕਾਸ਼ੇ। ਪ੍ਰੇਮ ਭਾਵਨਾ ਪਰਖ ਕੇ ਮਹਾਰਾਜ ਜੀ ਨੇ ਬਚਨ ਕਹੇ, ਏ ਮੇਰੋ ਸਿੱਖ ਦਿੜ ਬ੍ਰਹਮ ਗਿਆਨੀ। ਆਖਿਆ ਸਾਧ ਸੰਗਤ ਜੀ, ਖਾਲਸਾ ਜੀ, ਭਾਈ ਦਇਆ ਸਿੰਘ ਜੀ ਮੇਰੇ ਪਿਆਰੇ ਸਿੱਖ ਨੇ, ਇਹ ਬ੍ਰਹਮ ਗਿਆਨੀ ਸਿੱਖ ਨੇ, ਇਹਨਾਂ ਦੇ ਹਿਰਦੇ 'ਚ ਦ੍ਰਿੜ ਬ੍ਰਹਮ ਗਿਆਨ ਹੈ। ਜੇ ਦ੍ਰਿੜ ਬ੍ਰਹਮ ਗਿਆਨ ਕਿਹਾ ਤੇ ਇਹਦਾ ਮਤਲਬ ਆਦ੍ਰਿੜ ਵੀ ਹੁੰਦਾ ਹੈ। ਦ੍ਰਿੜ ਬ੍ਰਹਮ ਗਿਆਨ ਦੇ ਨਾਲ ਆਦ੍ਰਿੜ ਵੀ ਹੁੰਦਾ ਹੋਵੇਗਾ, ਤਦੇ ਦ੍ਰਿੜ ਕਿਹਾ ਨਾ। ਖਾਲਸਾ ਜੀ, ਬ੍ਰਹਮ ਗਿਆਨ ਦੇ ਦੋ ਸਰੂਪ ਦੱਸੇ ਜਾਂਦੇ ਨੇ। ਇੱਕ ਪਰੋਕਸ਼ ਬ੍ਰਹਮ ਗਿਆਨ ਹੈ, ਇੱਕ ਆਪਰੋਕਸ਼ ਬ੍ਰਹਮ ਗਿਆਨ ਹੈ। ਪਰੋਕਸ਼ ਬ੍ਰਹਮ ਗਿਆਨ ਜਿਹੜਾ ਹੈ, ਇਹ ਸਾਡੇ ਅੰਦਰ ਦ੍ਰਿੜ ਨਹੀਂ ਹੈ। ਸਾਨੂੰ ਇਹ ਤਾਂ ਪਤਾ ਵੀ ਰੱਬ ਹੈ ਸਾਰੇ ਪਾਸੇ, ਪਰ ਸਾਡੇ ਅੰਦਰ ਸਾਖਸ਼ਾਤਕਾਰ ਨਹੀਂ ਹੈ, ਦ੍ਰਿੜ ਨਹੀਂ ਹੈ। ਕਦੇ ਤਾਂ ਅਸੀਂ ਬ੍ਰਹਮ ਰੂਪ ਕਰਕੇ ਵੇਖਣ ਲੱਗ ਪਏ ਨੇ ਆਪਣੇ ਆਪ ਨੂੰ, ਕਦੇ ਫਿਰ ਜੀਵ ਰੂਪ ਕਰਕੇ ਸਮਝ ਲੈਂਦੇ ਹਾਂ। ਮਹਾਰਾਜ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਦੇ ਅੰਦਰ
ਦ੍ਰਿੜ ਬ੍ਰਹਮ ਗਿਆਨ ਹੈ, ਅਪਰੋਕਸ਼ ਬ੍ਰਹਮ ਗਿਆਨ ਹੈ। ਇਹਨਾਂ ਨੇ ਆਪਣੇ ਨਿਜ ਸਰੂਪ ਦਾ ਆਤਮਾ ਦਾ ਸਾਖਸ਼ਾਤਕਾਰ ਕਰ ਲਿਆ ਹੋਇਆ ਹੈ। ਸ਼ੁਭ ਬਾਣੀ ਸਤਿਗੁਰ ਕੀ ਮਾਨੀ। ਇਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਵਿੱਤਰ ਪਾਵਨ ਸ਼ੁਭ ਬਾਣੀ ਹੈ, ਉਸ ਪਵਿੱਤਰ ਅੰਮ੍ਰਿਤ ਬਾਣੀ ਦਾ ਮਨਨ ਕਰ ਲਿਆ ਹੈ। ਹਮਰੀ ਭਗਤ ਵਿਖੇ ਮਨ ਪੀਨਾ। ਇਹਨਾਂ ਦਾ ਮਨ ਸਾਡੀ ਭਗਤੀ ਵਿੱਚ ਭਿੱਜਾ, ਗੁਰੂ ਭਗਤੀ ਦੇ ਰੰਗ ਦੇ ਵਿੱਚ, ਗੁਰ ਭਗਤੀ ਦੇ ਪ੍ਰੇਮ ਰੰਗ ਵਿੱਚ ਇਹਨਾਂ ਦਾ ਮਨ ਭਿੱਜਾ ਹੋਇਆ ਹੈ। ਅਤੇ ਉੱਤਮ ਨਿਸ਼ਚੇ ਮਨ ਕੀਨਾ। ਇਹਨਾਂ ਦੇ ਮਨ ਵਿੱਚ ਅਤੀ ਉੱਤਮ ਨਿਸ਼ਚਾ ਹੈ। ਅਤੀ ਉੱਤਮ ਨਿਸ਼ਚਾ ਇਹਨਾਂ ਨੇ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ। ਔਰ ਇਹ ਨਿਸ਼ਚਾ ਜੋ ਪਿਆਰੇ ਭਾਈ ਦਇਆ ਸਿੰਘ ਜੀ ਦਾ, ਸਾਰੇ ਖਾਲਸੇ ਪੰਥ ਨੇ ਇਹੀ ਨਿਸ਼ਚਾ ਆਪਣੇ ਹਿਰਦੇ 'ਚ ਧਾਰਨ ਕਰਨਾ ਹੈ। ਇਹੀ ਨਿਸ਼ਚਾ ਸਮੁੱਚੇ ਖਾਲਸੇ ਪੰਥ ਦੇ ਹਿਰਦੇ ਵਿੱਚ ਹੋਣਾ ਹੈ। ਕਿਉਂਕਿ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਮੁੱਚੇ ਖਾਲਸੇ ਪੰਥ ਦੇ ਆਗੂ ਨੇ, ਜਥੇਦਾਰ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕੀਤਾ ਗੁਰੂ ਚਰਨਾਂ 'ਚ। ਸਾਡੇ ਸਾਰਿਆਂ ਦੇ ਆਗੂ ਅੰਮ੍ਰਿਤਧਾਰੀਆਂ ਦੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹਨ, ਜਿਨ੍ਹਾਂ ਸਭ ਤੋਂ ਪਹਿਲਾਂ ਕਲਗੀਧਰ ਜੀ ਦੇ ਚਰਨਾਂ 'ਚ ਸੀਸ ਭੇਟ ਕੀਤਾ ਹੈ। ਇਸ ਕਰਕੇ ਭਾਈ ਦਇਆ ਸਿੰਘ ਜੀ ਦਾ ਜੋ ਨਿਸ਼ਚਾ ਹੈ, ਇਹ ਸਮੁੱਚੇ ਪੰਥ ਨੇ ਆਪਣੇ ਹਿਰਦੇ 'ਚ ਧਾਰਨ ਕਰਨਾ ਹੈ। ਅਬ ਤੇ ਆਗੇ ਜੋ ਸਿੱਖ ਮੇਰੋ। ਅੱਜ ਤੋਂ ਬਾਅਦ ਇਹ ਸदैवी ਕਾਲ ਲਈ ਹੁਕਮ ਹੈ। ਜਦੋਂ ਤੱਕ ਇਹ ਧਰਤੀ ਰਹੇਗੀ, ਖਾਲਸਾ ਪੰਥ ਰਹੇਗਾ। ਸਮੁੱਚੇ ਖਾਲਸੇ ਪੰਥ ਲਈ ਮਹਾਰਾਜ ਜੀ ਕਹਿੰਦੇ ਮੇਰਾ ਇਹ ਹੁਕਮ ਹੈ। ਔਰ ਸਾਹਿਬ ਕਹਿੰਦੇ ਇਹ ਹੁਕਮ ਕੇਵਲ ਅੱਜ ਤੱਕ ਹੀ, ਹੁਣ ਤੱਕ ਦੇ ਸਿੱਖਾਂ ਦਾ ਹੀ ਨਹੀਂ ਹੈ। ਇਹ ਹੁਕਮ ਆਉਣ ਵਾਲੇ ਸਮੇਂ ਵਿੱਚ ਵੀ ਜਿਤਨੇ ਸਿੱਖ ਹੋਣਗੇ ਉਹਨਾਂ ਵਾਸਤੇ ਹੈ। ਸੁਣੋ ਕੀ ਹੁਕਮ ਹੈ। ਰਹਿਤ ਕਹਿਤ ਕੇ ਸਹਿਤ ਬਡੇਰੋ। ਮੇਰਾ ਜਿਹੜਾ ਸਿੱਖ ਹੈ ਅੰਮ੍ਰਿਤਧਾਰੀ, ਰਹਿਣੀ ਬਹਿਣੀ 'ਚ ਪਰਪੱਕ ਹੈ, ਰਹਿਤ ਬਹਿਤ ਦਾ ਧਾਰਨੀ ਹੈ। ਪਾਵੋ ਕੰਠ ਜਨੇਊ ਕਹੇ। ਉਹ ਆਪਣੇ ਗਲ 'ਚ ਜਨੇਊ ਨਹੀਂ ਪਾਵੇਗਾ, ਇਹ ਧਾਗੇ ਦਾ ਜੰਜੂ ਨਹੀਂ ਪਾਵੇਗਾ। ਤੇ ਜੇ ਕੋਈ ਦੂਜਾ ਆ ਕੇ ਸਿੱਖ ਉਹਨੂੰ ਕਹੇ ਵੀ ਤੂੰ ਜਨੇਊ ਪਾ ਲੈ, ਕੋਈ ਦੂਜਾ ਆ ਕੇ ਕਹਿ ਦੇਵੇ ਕਿ ਤੂੰ ਜਨੇਊ ਪਾ ਲੈ, ਸੋ ਤਨ ਖਾਈ ਨਿਜ ਕੋ ਲਏ। ਕਹਿੰਦੇ ਜਿਹੜਾ ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਆ ਕੇ ਕਹੇ ਤੂੰ ਜਨੇਊ ਪਾ ਲੈ, ਕਹਿੰਦੇ ਉਹ ਵੀ ਵੱਡਾ ਤਨਖਾਹੀਆ ਹੋਵੇਗਾ, ਉਹਨੂੰ ਤਨਖਾਹ ਲਾਈ ਜਾਏਗੀ, ਦੰਡ ਲਾਇਆ ਜਾਏਗਾ ਕਿ ਤੂੰ ਅੰਮ੍ਰਿਤਧਾਰੀ ਸਿੰਘ ਨੂੰ ਇਹ ਬਚਨ ਕਿਵੇਂ ਕਿਹਾ ਤੂੰ ਜਨੇਊ ਪਾ ਲੈ। ਕਹਿੰਦੇ ਪਾਣਾ ਤਾਂ ਇੱਕ ਪਾਸੇ ਰਿਹਾ, ਜੇ ਕੋਈ ਪਾਣ ਨੂੰ ਕਹੇਗਾ ਉਹ ਵੀ ਤਨਖਾਹੀਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਮਹਾਰਾਜ ਜੀ ਨੇ ਗਾਤਰੇ ਧਾਰਨ ਕਰਵਾਏ ਨੇ ਤਲਵਾਰਾਂ ਦੇ ਸਮੇਤ। ਇਹੀ ਸਾਡੀ ਸਵੈ ਰੱਖਿਆ ਦਾ ਚਿੰਨ੍ਹ ਹੈ, ਪ੍ਰਤੀਕ ਹੈ। ਫਿਰ ਜਿਹੜਾ ਅੰਤਰੀਵੀ ਜਨੇਊ ਤਾਂ ਉਹ ਗੁਰਸਿੱਖਾਂ ਦੇ ਅੰਦਰ ਹੈ ਹੀ ਹੈ, ਜਿਹੜਾ ਲੋਕ ਪਰਲੋਕ ਦੇ ਨਾਲ ਨਿਭਣਾ। ਉਹ ਜਨੇਊ ਨਾ ਵੀਰ ਜਨੇਊ ਧਾਰੀਆਂ ਨੂੰ ਵੀ ਧਾਰਨ ਕਰਨਾ ਚਾਹੀਦਾ ਹੈ। ਜਿਹੜੇ ਅਨਮਤਾਂ ਦੇ ਨਾਲ ਸੰਬੰਧਿਤ ਨੇ, ਧਾਗੇ ਦਾ ਜਨੇਊ ਪਹਿਨਣ ਦੇ ਨਾਲ ਨਾਲ ਉਹਨਾਂ ਨੂੰ ਜਗਤ ਗੁਰੂ ਬਾਬਾ ਜੀ ਦਾ ਦੱਸਿਆ ਇਹ ਜਨੇਊ ਇਹ ਵੀ ਧਾਰਨ ਕਰਨਾ ਚਾਹੀਦਾ ਹੈ। ਜਿਨ੍ਹਾਂ ਲਈ ਹੈ ਉਹਨਾਂ ਲਈ ਮੁਬਾਰਕ ਹੈ। ਇਸੇ ਤਿਲਕ ਜੰਜੂ ਦੀ ਰਾਖੀ ਲਈ ਮਹਾਰਾਜ ਜੀ ਨੇ ਸ਼ਹੀਦੀ ਵੀ ਦਿੱਤੀ ਹੈ। ਪਰ ਇਹ ਤਿਲਕ ਜੰਜੂ ਤਾਂ ਕਾ, ਇਹ ਕਿਹਾ ਕਲਗੀਧਰ ਜੀ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਉਹਨਾਂ ਦੇ ਤਿਲਕ ਜੰਜੂ ਦੇ ਰਾਖੇ ਨੇ ਗੁਰੂ ਤੇਗ ਬਹਾਦਰ ਸਾਹਿਬ। ਸਿੱਖਾਂ ਦਾ ਤਿਲਕ ਜੰਜੂ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਤੇ ਜੇ ਕਿਸੇ ਰਹਿਤ ਬਹਿਤ ਵਿੱਚ ਪਰਪੱਕ ਸਿੱਖ ਨੂੰ ਕੋਈ ਦੂਜਾ ਸਿੱਖ ਆ ਕੇ ਕਹੇ ਤੂੰ ਜਨੇਊ ਪਾ ਲੈ, ਕਹਿੰਦੇ ਉਹ ਕਹਿਣ ਵਾਲਾ ਵੀ ਤਨਖਾਹੀਆ ਹੈ। ਪਾਉਣਾ ਤਾਂ ਇੱਕ ਪਾਸੇ ਰਿਹਾ, ਜਿਹੜਾ ਕੇਵਲ ਬਚਨ ਹੀ ਕਰੇ, ਕਹਿਣ ਦਾ ਕੇਵਲ ਕੱਚਾ ਪਿੱਲਾ ਬੋਲ ਹੀ ਕਹੇ ਆਪਣੀ ਜ਼ੁਬਾਨ ਤੋਂ, ਉਹਨੂੰ ਵੀ ਵੱਡੀ ਤਨਖਾਹ ਲਾਈ ਜਾਵੇ, ਯਾਨੀ ਕਿ ਦੰਡ ਦਿੱਤਾ ਜਾਵੇ। ਹੱਥ ਜੋੜੇ ਅਰਦਾਸ ਕਰਾਵੇ। ਕਹਿੰਦੇ ਹੱਥ ਜੋੜ ਕੇ ਅਰਦਾਸ ਕਰਾਵੇ, ਜੀ ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਇਹ ਬਚਨ ਕਰ ਬੈਠਾ। ਜੇ ਕਿਸੇ ਦੇ ਮੂੰਹ ਇਹ ਬੋਲ ਨਿਕਲ ਵੀ ਜਾਏ ਜਨੇਊ ਪਾਉਣ ਵਾਲਾ, ਉਹਨੂੰ ਹੱਥ ਜੋੜ ਕੇ ਆਪਣੀ ਭੁੱਲ ਬਖਸ਼ਾਣੀ ਚਾਹੀਦੀ ਤੇ ਤਨਖਾਹ ਲਵਾਵੇ। ਦੇ ਤਨਖਾਹ ਆਪ ਬਖਸ਼ਾਵੇ। ਜਿਹੜੀ ਤਨਖਾਹ ਪੰਜਾਂ ਪਿਆਰਿਆਂ ਵੱਲੋਂ ਲਾਈ ਜਾਵੇ
ਉਹ ਤਨਖਾਹ ਭੇਟ ਕਰਕੇ ਆਪਣੀ ਭੁੱਲ ਬਖਸ਼ਾਵੇ। ਹਿੰਦੂ ਤੁਰਕ ਦੋਹਨ ਤੇ ਨਿਆਰੀ। ਸੁਣੋ ਖਾਲਸਾ ਜੀ, ਮੈਂ ਜਿਹੜਾ ਇਹ ਪੰਥ ਸਾਜਿਆ ਇਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਪੰਥ ਹੈ। ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰੀ ਰਹੁ ਰੀਤ, ਨਿਆਰੀ ਮਰਿਆਦਾ ਮੇਰੇ ਖਾਲਸੇ ਪੰਥ ਦੀ ਹੈ। ਧਰੇ ਖਾਲਸਾ ਰਹਿਤ ਸੁਚਾਰੀ। ਔਰ ਮੇਰੇ ਖਾਲਸੇ ਦੀ ਜਿਹੜੀ ਰਹਿਣੀ ਬਹਿਣੀ ਹੈ ਉਹ ਇਹਨਾਂ ਹਿੰਦੂਆਂ ਮੁਸਲਮਾਨਾਂ ਨਾਲੋਂ ਨਿਆਰੀ ਤੇ ਸ੍ਰੇਸ਼ਟ ਹੈ। ਸਰਵੋਤਮ ਰਹਿਤ ਬਹਿਤ ਦਾ ਮੇਰਾ ਗੁਰਸਿੱਖ ਧਾਰਨੀ ਹੈ। ਜਗਤ ਕਾਨ ਤਜ ਹੋਏ ਨਿਰਾਲਾ। ਜਗਤ ਦੀ ਕਾਣ ਕਨੋੜ ਨੂੰ ਛੱਡ ਕੇ ਮੇਰਾ ਖਾਲਸਾ ਨਿਰਾਲਾ ਹੋ ਕੇ ਸੰਸਾਰ ਦੇ ਵਿੱਚ ਰਹਿੰਦਾ। ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਕ ਸੁਹਾਏ। ਇਹੋ ਜਿਹਾ ਖਾਲਸਾ ਪੰਥ ਨਿਰਾਲਾ ਹੋ ਕੇ ਸੋਭਨੀਕ ਹੁੰਦਾ। ਗੁਰਮਤ ਧਾਰੇ ਉਦਤ ਬਿਸਾਲਾ। ਜਿਹੜਾ ਗੁਰੂ ਕੀ ਮਤ ਧਾਰਨ ਕਰੇਗਾ ਉਹ ਜਗਤ ਵਿੱਚ ਉਦਤ ਹੋਵੇਗਾ, ਪ੍ਰਗਟ ਹੋਵੇਗਾ। ਜਗ ਮੈਂ ਜੇ ਮਲੇਛ ਬਲਵਾਨਾ। ਜਿਹੜੇ ਇਸ ਜਗਤ ਵਿੱਚ ਵੱਡੇ ਵੱਡੇ ਬਲਵਾਨ ਮਲੇਛ ਤੇ ਜਰਵਾਣੇ ਹਨ, ਮਨ ਮੈਂ ਆਏ ਵਿਕਾਰ ਮਾਨਾ। ਉਹਨਾਂ ਦੇ ਮਨਾਂ ਵਿੱਚ ਵੱਡੇ ਭਾਰੀ ਵਿਕਾਰ ਨੇ, ਲੋਭੀ ਤੇ ਵਿਕਾਰਾਂ ਨਾਲ ਭਰੇ ਹੋਏ ਨੇ। ਸਿੰਘ ਸੂਰਮੇ ਗੁਰਮਤ ਧਰੈ। ਜਿਹੜੇ ਸਤਿਗੁਰਾਂ ਦੇ ਸਿੰਘ ਸੂਰਮੇ ਨੇ ਉਹ ਗੁਰੂ ਕੀ ਮੱਤ ਨੂੰ ਹਿਰਦੇ 'ਚ ਧਾਰਨ ਕਰਦੇ ਹਨ। ਇਨ ਦੋਨੋਂ ਕੋ ਨਾਸ਼ਨ ਕਰੈ। ਔਰ ਆ ਜਿਹੜੀ ਜਰਵਾਣੇ ਪੁਣੇ ਦੀ ਬਿਰਤੀ ਹੈ, ਮਲੇਛ ਪੁਣੇ ਦੀ ਬਿਰਤੀ ਹੈ, ਇਹਨੂੰ ਗੁਰਸਿੱਖ ਆਪਣੇ ਹਿਰਦੇ 'ਚੋਂ ਤਿਆਗਦੇ ਹਨ। ਦੋਨੋਂ ਲੋਕੋਂ ਲਏ ਸੁਖ ਭਾਰੀ। ਮੇਰਾ ਜਿਹੜਾ ਸੂਰਮਾ ਖਾਲਸਾ ਪੰਥ ਹੈ ਦੋਹਾਂ ਜਹਾਨਾਂ ਵਿੱਚ ਭਾਰੀ ਸੁਖ ਪ੍ਰਾਪਤ ਕਰਦਾ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਵਿੱਚ ਮੇਰਾ ਸਿੱਖ, ਮੇਰਾ ਸਿੰਘ ਸੂਰਮਾ ਸੁਖ ਪ੍ਰਾਪਤ ਕਰਦਾ ਹੈ। ਮੈਂ ਤਿੰਨ ਕੋ ਸੰਗੀ ਮੁਦਕਾਰੀ। ਜਿਹੜੇ ਗੁਰੂ ਕੀ ਮੱਤ ਦੇ ਧਾਰਨੀ ਨੇ, ਗੁਰੂ ਦੀ ਦੱਸੀ ਰਹਿਤ ਬਹਿਤ ਦੇ ਧਾਰਨੀ ਨੇ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦਾ ਨਿਤ ਸੰਗੀ ਹਾਂ। ਮੈਂ ਉਹਨਾਂ ਦਾ ਨਿਤ ਸੰਗੀ ਹੀ ਨਹੀਂ, ਬਕਾਇਦਾ ਉਹਨਾਂ ਦਾ ਹਿਤਕਾਰੀ ਵੀ ਹਾਂ, ਉਹਨਾਂ ਦਾ ਭਲਾ ਕਰਨ ਵਾਲਾ ਵੀ ਹਾਂ। ਜਿਹੜਾ ਰਹਿਣੀ ਬਹਿਣੀ ਰੱਖਦਾ ਹੈ, ਗੁਰੂ ਦੀ ਦੱਸੀ ਮੱਤ ਦੇ ਅਨੁਸਾਰ ਚੱਲਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਗੁਰ ਮਤ ਮਾਤਾ ਮਤ ਹੈ। ਕਿਹੜੀ ਗੁਰੂ ਕੀ ਮਤ ਹੈ ਉਹ ਗੁਰਸਿੱਖ ਵਾਸਤੇ ਮਾਂ ਹੈ। ਗੁਰ ਮਤ ਮਾਤਾ ਮਤ ਹੈ, ਗੁਰੂ ਦੀ ਦੱਸੀ ਹੋਈ ਮਤ ਗੁਰਸਿੱਖ ਲਈ ਮਾਂ ਰੂਪ ਹੈ। ਤੇ ਜਿਹੜਾ ਗੁਰਸਿੱਖ ਗੁਰੂ ਕੀ ਮਤ ਨੂੰ ਹਿਰਦੇ 'ਚ ਧਾਰਨ ਕਰਦਾ ਹੈ, ਪਾਤਸ਼ਾਹ ਕਹਿੰਦੇ ਮੈਂ ਉਹਦੇ ਸदैवी ਅੰਗ ਸੰਗ ਹਾਂ, ਔਰ ਉਹਦਾ ਹਰ ਜਗ੍ਹਾ ਤੇ ਹਰ ਥਾਂ ਤੇ ਸਹਾਇਕ ਤੇ ਮਦਦਗਾਰ ਹਾਂ। ਹੋਏ ਖਾਲਸਾ ਮੇਰੋ ਰੂਪ। ਇਹੋ ਜਿਹਾ ਜਿਹੜਾ ਖਾਲਸਾ ਉਹ ਮੇਰਾ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਇਹੋ ਜਿਹਾ ਖਾਲਸਾ ਮੇਰਾ ਰੂਪ ਹੈ। ਇਤ ਮਰਿਆਦਾ ਕਰੇ ਅਨੂਪ। ਇਹ ਮਰਿਆਦਾ ਦੇ ਵਾਸਤੇ ਮੈਂ ਖਾਲਸਾ ਪੰਥ ਪੈਦਾ ਕੀਤਾ, ਜਿਹੜਾ ਸੰਸਾਰ ਦੀ ਵਿਗੜੀ ਮਰਿਆਦਾ ਨੂੰ ਸੁਧਾਰਨ ਵਾਲਾ ਹੈ। ਸੋ ਸੋ ਸਭ ਕੇ ਅੰਗੀਕਾਰ। ਕਹਿੰਦੇ ਜਿਹੜੇ ਇਸ ਮਰਿਆਦਾ ਨੂੰ ਧਾਰਨ ਕਰਨਗੇ ਮੈਂ ਉਹਨਾਂ ਸਾਰਿਆਂ ਦੇ ਅੰਗੀਕਾਰ ਹੋਵਾਂਗਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਤਿਨ ਸਿੱਖਨ ਕੇ ਮੈਂ ਅਨੁਸਾਰ। ਰਹਿਣੀ ਬਹਿਣੀ 'ਚ ਪੱਕੇ ਰਹਿਣ ਵਾਲੇ ਗੁਰ ਸਿੱਖ, ਗੁਰੂ ਕੀ ਮੱਤ ਦੇ ਧਾਰਨੀ ਗੁਰ ਸਿੱਖਾਂ ਦੇ ਮੈਂ ਹਮੇਸ਼ਾ ਅਨੁਸਾਰੀ ਹੋ ਕੇ ਰਹਾਂਗਾ। ਇਹੋ ਜਿਹਾ ਜਿਹੜਾ ਖਾਲਸਾ ਹੈ ਉਸ ਖਾਲਸੇ ਦੇ ਮੈਂ ਸदैवी ਅਨੁਸਾਰੀ ਹਾਂ। ਜੋ ਖਾਲਸਾ ਕਹੇਗਾ ਖਾਲਸੇ ਦੇ ਉਸ ਹੁਕਮ ਦੀ ਮੈਂ ਪਾਲਣਾ ਕਰਾਂਗਾ। ਇਮ ਕਲਗੀਧਰ ਸਿੱਖ ਸਮਝਾਏ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਹੈ। ਅਪਰ ਖਿਆਲ ਬੋ ਪੁਨ ਬਿਰਮਾਏ। ਏਦਾਂ ਕਹਿ ਕੇ ਗੁਰਦੇਵ ਹੁਣ ਕੁਝ ਹੋਰ ਬਚਨਾਂ ਵਿੱਚ ਧਿਆਨ ਲੱਗਾ ਹੈ, ਹੋਰ ਬਚਨ ਕਰਨ ਲੱਗੇ ਹਨ। ਸ਼ਸਤਰਨ ਕੋ ਹੇਰ ਤੇ ਅਰਖਾਵੇ। ਪਾਤਸ਼ਾਹ ਆਪਣੇ ਗਾਤਰੇ ਪਾਏ ਸ਼ਸਤਰਾਂ ਨੂੰ, ਸੂਰਮਿਆਂ ਦੇ ਸ਼ਸਤਰਾਂ ਨੂੰ, ਕਈ ਸਿੱਖ ਸ਼ਸਤਰ ਲਿਆ ਕੇ ਭੇਟ ਕਰਦੇ ਨੇ। ਉਹਨਾਂ ਸ਼ਸਤਰਾਂ ਨੂੰ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਹਨ। ਸ਼ਸਤਰਾਂ ਦੇ ਦਰਸ਼ਨ ਕਰਕੇ ਗੁਰਦੇਵ ਬੜੇ ਖੁਸ਼ ਹੁੰਦੇ ਨੇ। ਸ਼ਸਤਰਾਂ ਨੂੰ ਜੋ ਕੇ ਵੇਖਦੇ ਨੇ, ਫੌਲਾਦੀ ਤਲਵਾਰਾਂ ਦੇ ਜੌਹਰ
ਉਹ ਵੇਖਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਸਤਰਾਂ ਦੀਆਂ ਖੂਬੀਆਂ ਵੇਖਦੇ ਨੇ ਤੇ ਆਪਣੇ ਸਿੰਘਾਂ ਨੂੰ ਦੱਸਦੇ ਨੇ ਕਿ ਖਾਲਸਾ ਜੀ ਆਹ ਸ਼ਸਤਰ ਦੀ ਆਹ ਖੂਬੀ ਹੈ, ਇਸ ਤਲਵਾਰ ਵਿੱਚ ਆਹ ਕਮੀ ਹੈ, ਇਹ ਖੂਬੀ ਹੈ। ਕਮੀ ਵੀ ਦੱਸਦੇ ਨੇ ਵੀ ਇਹ ਸ਼ਸਤਰ 'ਚ ਕਮੀ ਕੀ ਹੈ, ਸੰਪੂਰਨ ਤਲਵਾਰ ਕਿਹੜੀ ਹੈ, ਕਿਸ ਦੀ ਧਾਰ ਸਹੀ ਹੈ, ਕਿਸ ਦੀ ਧਾਰ ਸਹੀ ਨਹੀਂ ਹੈ। ਏਦਾਂ ਦੀਆਂ ਪਰਖਾਂ ਮਹਾਰਾਜ ਜੀ ਸ਼ਸਤਰਾਂ ਦੀਆਂ ਆਪਣੇ ਸਿੰਘਾਂ ਨੂੰ ਦੱਸਦੇ ਹਨ। ਫੂਲਨ ਮਾਲਾ ਧੂਪ ਤੁਖਾਵੇ, ਸ਼ਸਤਰਾਂ ਨੂੰ ਫੁੱਲਾਂ ਦੀ ਮਾਲਾ ਭੇਟ ਕਰਨੀ, ਧੂਪ ਤੁਖਾਉਣੀ, ਸ਼ਸਤਰਾਂ ਦੀ ਪੂਜਾ ਕਰਨੀ, ਇਹ ਮਹਾਰਾਜ ਸੱਚੇ ਪਾਤਸ਼ਾਹ ਮਰਿਆਦਾ ਖਾਲਸੇ ਵਿੱਚ ਲਾਗੂ ਕਰ ਰਹੇ ਨੇ। ਇਸੇ ਕਰਕੇ ਸਮੁੱਚਾ ਖਾਲਸਾ ਪੰਥ ਸ਼ਸਤਰਾਂ ਨੂੰ ਆਪਣੇ ਪੀਰ ਰੂਪ ਕਰਕੇ ਜਾਣਦਾ ਹੈ। ਇਹ ਹਮਾਰੇ ਪੀਰ, ਇਹ ਸਾਡੇ ਪੀਰ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖੁਦ ਸ਼ਸਤਰਾਂ ਨੂੰ ਉੱਚੇ ਥਾਂ ਤੇ ਰੱਖ ਕੇ ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਨੀ, ਫੁੱਲਾਂ ਦੀਆਂ ਮਾਲਾਵਾਂ ਭੇਟ ਕਰਨੀਆਂ, ਧੂਪ ਦਿਖਾਉਣੀ, ਨਮਸਕਾਰ ਕਰਨੀ ਸ਼ਸਤਰਾਂ ਨੂੰ। ਏਦਾਂ ਮਹਾਰਾਜ ਜੀ ਆਪਣੇ ਖਾਲਸੇ ਨੂੰ ਸਿਖਾਉਂਦੇ ਐ। ਗੁਰਦੇਵ ਦੀ ਪਾਵਨ ਬਾਣੀ 'ਚ ਗੁਰਦੇਵ ਨੇ ਸ਼ਸਤਰਾਂ ਨੂੰ ਨਮਸਕਾਰ ਕਰਦਿਆਂ ਕਿਹਾ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ। ਮੈਂ ਖੜਗ ਨੂੰ, ਤੇਗ ਨੂੰ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ। ਪਰਮਾਤਮਾ ਨੂੰ ਵੀ ਸ਼ਸਤਰ ਧਾਰੀ ਦੱਸਿਆ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਹੋ ਭਾਰੀ। ਸ਼ਸਤਰਾਂ ਨੂੰ ਮਹਾਰਾਜ ਜੀ ਪੂਜਦੇ ਨੇ, ਸਤਿਕਾਰਦੇ ਨੇ, ਨਮਸਕਾਰ ਕਰਦੇ ਨੇ ਔਰ ਸ਼ਸਤਰਾਂ ਦੀ ਉਪਮਾ ਆਪਣੇ ਖਾਲਸੇ ਪੰਥ 'ਚ ਵਰਣਨ ਕਰਦੇ ਨੇ। ਕਿਉਂਕਿ ਬਹੁਤ ਸਾਰੇ ਸਿੱਖ ਹਾਲੇ ਵੀ ਐਸੇ ਸਨ ਜਿਹੜੇ ਸ਼ਸਤਰ ਧਾਰਨ ਕਰਨ ਤੋਂ ਮਨ 'ਚ ਭੈ ਰੱਖਦੇ ਸੀ, ਡਰ ਰੱਖਦੇ ਸਨ ਕਿ ਅਸੀਂ ਸ਼ਸਤਰ ਧਾਰਨ ਕਰਾਂਗੇ, ਰਸਤੇ ਵਿੱਚ ਸਾਨੂੰ ਕੋਈ ਟੱਕਰੇ ਨਾ ਜਾਂ ਕੋਈ ਏਦਾਂ ਨਾ ਕਹੇ ਵੀ ਇਹਨਾਂ ਨੇ ਸ਼ਸਤਰ ਧਾਰਨ ਕਰ ਲਏ ਹਨ। ਏਦਾਂ ਕਈਆਂ ਦੇ ਮਨਾਂ 'ਚ ਹਾਲੇ ਲੋਕ ਲਾਜ ਸੀ। ਗੁਰਦੇਵ ਉਸ ਲੋਕ ਲਾਜ ਦਾ ਪ੍ਰਤਿਆਗ ਕਰਾ ਕੇ ਸਿੱਖਾਂ ਨੂੰ ਸ਼ਸਤਰ ਧਾਰੀ ਬਣਾ ਕੇ ਆਪਣੀ ਸਵੈ ਰੱਖਿਆ ਕਰਨ ਦਾ ਹੁਕਮ ਕਰ ਰਹੇ ਹਨ। ਆਪਣੇ ਸਵੈ ਧਰਮ ਦੀ ਰਾਖੀ ਲਈ ਸ਼ਸਤਰ ਧਾਰਨ ਕਰਨੇ ਵਾਜਬ ਹਨ। ਇਸ ਪ੍ਰਕਾਰ ਦਾ ਹੁਕਮ ਮਹਾਰਾਜ ਜੀ ਆਪਣੇ ਪੰਥ ਨੂੰ ਕਰ ਰਹੇ ਹਨ। ਦੋਹਰਾ 1755 ਸ਼੍ਰੀ ਚੰਡੀ ਬਿਦਤਾਏ। 1755 ਸੰਮਤ ਬਿਕਰਮੀ ਜਗਤ ਗੁਰੂ ਪਾਤਸ਼ਾਹ ਨੇ ਸਨ 1699 ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਸ਼ਕਤੀ ਹੈ ਤਿਸ ਨੂੰ ਪ੍ਰਗਟ ਕੀਤਾ। 57 ਮੈਂ ਸਤਿਗੁਰੂ ਗਏ ਮਸੰਦ ਚੁਠਾਏ ਔਰ ਖਾਲਸੇ ਪੰਥ ਦੀ ਸਾਜਨਾ ਕੀਤੀ। ਖਾਲਸੇ ਪੰਥ ਦੀ ਸਾਜਨਾ ਕਰਕੇ ਗਰੀਬ ਨਵਾਜ ਪਾਤਸ਼ਾਹ ਨੇ ਫਿਰ 1757 ਸੰਮਤ ਬਿਕਰਮੀ ਨੂੰ ਇਸ ਸਾਲ 'ਚ ਬਹੁਤ ਸਾਰੇ ਮਸੰਦ ਫੜੇ ਤੇ ਉਹਨਾਂ ਨੂੰ ਸੋਧਾ ਲਾਇਆ। ਮਸੰਦਾਂ ਦੀਆਂ ਕੀਤੀਆਂ ਕਰਨੀਆਂ ਦਾ ਦੰਡ ਉਹਨਾਂ ਨੂੰ ਭੁਗਤਾਇਆ। ਮਸੰਦਾਂ ਦੀਆਂ ਕੀਤੀਆਂ ਵਧੀਕੀਆਂ ਦਾ ਫਲ ਉਹਨਾਂ ਨੂੰ ਮਹਾਰਾਜ ਜੀ ਨੇ ਦਿੱਤਾ। ਚੋਪਈ ਪੂਰਬ ਦਿਸ਼ ਮੈਂ ਨਗਰ ਬਿਸਾਲੇ। ਖਾਲਸਾ ਜੀ ਇੱਧਰ ਪੂਰਬ ਦਿਸ਼ਾ ਵਿੱਚ ਮਹਾਰਾਜ ਜੀ ਦੀ ਬਹੁਤ ਗੁਰਸਿੱਖੀ ਸੀ। ਕਿਉਂਕਿ ਪੂਰਬ ਦਿਸ਼ਾ ਵਿੱਚ 9ਵੇਂ ਪਾਤਸ਼ਾਹ ਜੀ ਨੇ ਭਰਮਣ ਕੀਤਾ ਹੈ ਔਰ ਜੀਵਾਂ ਦੀ ਕਲਿਆਣ ਕੀਤੀ ਹੈ। 10ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਬ ਦੀ ਧਰਤੀ ਪੂਰਬ ਦਿਸ਼ਾ ਵਿੱਚ ਹੋਇਆ ਸ੍ਰੀ ਪਟਨਾ ਸਾਹਿਬ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਥਾਵਾਂ ਨੂੰ ਪੂਰਬ ਦਿਸ਼ਾ ਵਿੱਚ ਪਵਿੱਤਰ ਕੀਤਾ ਹੈ। ਇਸ ਕਰਕੇ ਪੂਰਬ ਦਿਸ਼ਾ ਦੇ ਵਿੱਚ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਅਨੇਕਾਂ ਵੱਡਿਆਂ ਵੱਡਿਆਂ ਨਗਰਾਂ ਦੇ ਵਿੱਚ ਰਹਿੰਦੀਆਂ ਹਨ। ਕਾਸ਼ੀ ਪਟਨਾ ਸਿੱਖ ਬੰਗਾਲੇ। ਬਨਾਰਸ ਵਿੱਚ, ਕਿਉਂਕਿ ਬਨਾਰਸ ਵਿੱਚ ਤਾਂ ਭਾਈ ਗੁਰਦਾਸ ਜੀ ਨੇ ਬਹੁਤ ਪ੍ਰਚਾਰ ਕੀਤਾ ਗੁਰਸਿੱਖੀ ਦਾ। ਤਕਰੀਬਨ 4 ਸਾਲ ਤੋਂ ਵੱਧ ਸਮਾਂ ਭਾਈ ਗੁਰਦਾਸ ਜੀ ਨੇ ਬਨਾਰਸ ਦੇ ਵਿੱਚ ਬਤੀਤ ਕੀਤਾ ਹੈ। ਤੋ ਇਸ ਕਰਕੇ ਬਨਾਰਸ ਵਿੱਚ ਬਹੁਤ ਸਾਰੀ ਗੁਰਸਿੱਖੀ ਹੈ। ਮਹਾਰਾਜ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ ਨੇ। ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਬਹੁਤ ਸਾਰੀ ਸਿੱਖੀ ਸੇਵਕੀ ਹੈ। ਗਾਜ਼ੀਪੁਰ ਢਾਕਾ ਮੁੰਗੇਰ। ਗਾਜ਼ੀਪੁਰ, ਢਾਕਾ,
ਮੁੰਗੇਰ ਦਾ ਜਿਹੜਾ ਸ਼ਹਿਰ ਹੈ। ਰਾਜ ਮਹਿਲ ਮਿਰਜ਼ਾਪੁਰ ਹੀਰ। ਫਿਰ ਰਾਜ ਮਹਿਲ ਬੜਾ ਵੱਡਾ ਪ੍ਰਸਿੱਧ ਨਗਰ ਹੈ। ਇਸੇ ਤਰ੍ਹਾਂ ਮਿਰਜ਼ਾਪੁਰ ਆਦਿਕ ਨਗਰ ਹਨ। ਫਰੂਕਾਬਾਦ ਮਕਸੂਦਾਬਾਦ। ਫਰੂਕਾਬਾਦ ਮਕਸੂਦਾਬਾਦ ਇਹ ਵੱਡੇ ਪ੍ਰਸਿੱਧ ਨਗਰ ਨੇ ਪੂਰਬ ਦਿਸ਼ਾ ਵਿੱਚ। ਬ੍ਰਹਮਪੁੱਤਰ ਵੱਡ ਨਦੀ ਤੇ ਆਦ। ਬ੍ਰਹਮਪੁੱਤਰ ਦਰਿਆ ਨਦੀ ਜਿੱਥੋਂ ਵਗਦੀ ਹੈ ਉਹਦੇ ਨੇੜੇ ਤੇੜੇ ਨੌਵੇਂ ਪਾਤਸ਼ਾਹ ਜੀ ਵਿਚਰੇ ਹਨ। ਗੁਰਦੁਆਰਾ ਧੋਬੜੀ ਸਾਹਿਬ ਹੈ। ਨਦੀ ਦਰਿਆ ਪਾਰ ਕਰਦਿਆਂ ਖੰਜਰਪੁਰ ਨਗਰ ਮਹਾਰਾਜ ਨੌਵੇਂ ਪਾਤਸ਼ਾਹ ਨੇ ਵਸਾਇਆ ਹੈ। ਕਾਮਰੂ ਦੇਸ਼ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ। ਏਦਾਂ ਬਹੁਤ ਸਾਰੀ ਸਿੱਖੀ ਸੇਵਕੀ ਸਤਿਗੁਰੂ ਜੀ ਦੇ ਦਰ ਘਰ ਦੀ ਇਹਨਾਂ ਇਲਾਕਿਆਂ ਵਿੱਚ ਨਗਰਾਂ ਸ਼ਹਿਰਾਂ ਵਿੱਚ ਰਹਿੰਦੀ ਹੈ। ਕਹਿਣ ਲੱਗ ਗਿਨੀਏ ਪੂਰਬ ਦਿਸ਼ ਤੇ। ਪੂਰਬ ਦਿਸ਼ਾ ਦੇ ਕਿਹੜੇ ਕਿਹੜੇ ਨਗਰ ਦੀ ਗਿਣਤੀ ਕਰੀਏ। ਖਾਲਸਾ ਜੀ ਪਟਨਾ ਸਾਹਿਬ ਦੇ ਕੋਲ ਮਹਾਰਾਜ ਜੀ ਨੇ ਲక్ష్ਮੀਪੁਰ ਨਗਰ ਵਸਾਇਆ। 5 ਨਗਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਲక్ష్ਮੀਪੁਰ ਦੇ ਨੇੜੇ ਤੇੜੇ ਵਸਾਏ, ਜਿਹੜੇ ਅੱਜ ਵੀ ਬਹੁਤ ਉੱਥੇ ਸਾਰੇ ਨਗਰਾਂ ਵਿੱਚ ਗੁਰੂ ਕੇ ਸਿੱਖ ਰਹਿੰਦੇ ਨੇ। ਔਰ ਉਹ 5 ਪਿੰਡ ਹੁਣ ਵੱਧ ਕੇ ਵਿਸਥਾਰ ਹੋ ਚੁੱਕਾ ਉਹਨਾਂ ਨਗਰਾਂ ਦਾ। ਨੌਵੇਂ ਪਾਤਸ਼ਾਹ ਦੇ ਵਸਾਏ ਨਗਰ ਸਨ। ਬਹੁਤ ਸਾਰੇ ਨਗਰਾਂ ਦੇ ਵਿੱਚ ਵਾਧਾ ਹੋਇਆ। ਉੱਥੇ ਅੱਜ ਵੀ ਉਹਨਾਂ ਨਗਰਾਂ ਦੇ ਵਿੱਚ ਕੋਈ ਵੀ ਗੁਰਸਿੱਖ ਤੁਹਾਨੂੰ ਪਤਤ ਨਹੀਂ ਮਿਲੇਗਾ। ਗਰੀਬੀ ਤਾਂ ਹੈ ਉਹਨਾਂ ਦੇ ਨਗਰਾਂ ਵਿੱਚ, ਗੁਰਸਿੱਖਾਂ ਦੇ ਘਰਾਂ 'ਚ। ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਬੜੇ ਸਹਿਜ ਨਾਲ ਚੱਲਦਾ ਹੈ। ਗਰੀਬੀ ਹੈ ਪਰ ਉਹਨਾਂ ਨੇ ਗੁਰੂ ਕੀ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ। ਉੱਥੇ ਗੁਰੂ ਸਾਹਿਬ ਜੀ ਦੇ ਪੁਰਾਤਨ ਹੁਕਮਨਾਮੇ ਨੌਵੇਂ ਪਾਤਸ਼ਾਹ ਦੇ, ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ, ਦਸਮ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਉਹਨਾਂ ਨਗਰਾਂ ਦੇ ਵਿੱਚ ਸੁਭਾਏਮਾਨ ਨੇ। ਲక్ష్ਮੀਪੁਰ ਦੀ ਸੰਗਤ ਵਾਸਤੇ ਹੁਕਮਨਾਮੇ ਜੋ ਨੌਵੇਂ ਪਾਤਸ਼ਾਹ ਜਾਂ ਦਸਵੇਂ ਪਾਤਸ਼ਾਹ ਦੇ ਹੋਏ, ਉਹ ਵੀ ਮਹਾਰਾਜ ਜੀ ਦੇ ਹੁਕਮਨਾਮੇ ਉਹਨਾਂ ਗੁਰਸਿੱਖਾਂ ਨੇ ਸਾਂਭ ਕੇ ਰੱਖੇ ਹੋਏ ਹਨ। ਤੋ ਪੰਜਾਬ ਦੇਸ਼ ਤੋਂ ਬਾਹਰ, ਪੰਜਾਬ ਦੀ ਧਰਤੀ ਤੋਂ ਬਾਹਰ ਬਹੁਤ ਸਾਰੇ ਨਗਰ ਐਸੇ ਨੇ ਜਿੱਥੇ ਗੁਰਸਿੱਖ ਸਾਬਤ ਸੂਰਤ ਹਨ। ਬਹੁਤ ਸਾਰੇ ਸ਼ਿਗਲੀਗਰ ਪਰਿਵਾਰ ਇੱਧਰ ਮਹਾਰਾਸ਼ਟਰ ਨਾਗਪੁਰ ਦੇ ਇਲਾਕੇ ਦੇ ਵਿੱਚ ਜਾਈਏ, ਮਹਾਰਾਸ਼ਟਰ ਦੇ ਵਿੱਚ, MP ਦੇ ਵਿੱਚ, ਤਾਂ ਲੱਖਾਂ ਦੀ ਗਿਣਤੀ ਵਿੱਚ ਗੁਰਸਿੱਖ ਪਰਿਵਾਰ ਹਨ ਜਿਨ੍ਹਾਂ ਦੀ ਸਾਰ ਸੰਭਾਲ ਹੁਣ ਕੁਝ ਸਮੇਂ ਤੋਂ ਕੁਝ ਸਿੱਖ ਸੰਸਥਾਵਾਂ ਲੈਣ ਲੱਗੀਆਂ ਨੇ। ਨਹੀਂ ਤਾਂ ਬਹੁਤ ਲੰਮਾ ਸਮੇਂ ਤੱਕ ਉਹਨਾਂ ਦੀ ਸਾਰ ਸੰਭਾਲ ਹੀ ਨਹੀਂ ਲਈ ਗਈ। ਇਹ ਜਾਣਿਆ ਹੀ ਨਹੀਂ ਗਿਆ ਵੀ ਉਹ ਵੀ ਸਾਡੇ ਸਿੱਖ ਭਰਾ ਨੇ, ਸਾਡਾ ਨਿਖੜਵਾਂ ਅੰਗ ਹਨ। ਤੋ ਇਸ ਪ੍ਰਕਾਰ ਨਾਲ ਹੁਣ ਕੁਝ ਸੰਸਥਾਵਾਂ ਮੂਹਰੇ ਆਈਆਂ ਨੇ। ਉਹ ਸੰਸਥਾਵਾਂ ਉਹਨਾਂ ਦੀ ਸੇਵਾ ਸੰਭਾਲ ਕਰ ਰਹੀਆਂ ਹਨ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੀ ਸਿੱਖੀ ਸੇਵਕੀ ਪੰਜਾਬ ਤੋਂ ਬਾਹਰ ਦੂਰ ਦਰਾਡੇ ਤੱਕ ਗੁਰੂ ਸਾਹਿਬ ਜੀ ਦੇ ਸਮੇਂ ਤੋਂ, ਕਾਲ ਤੋਂ ਫੈਲੀ ਹੋਈ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਮੈਂ ਕਿਸ ਕਿਸ ਨਗਰ ਦਾ ਜ਼ਿਕਰ ਕਰਕੇ ਦੱਸਾਂ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਹਨ। ਦੀਤਕਾਰ ਗੁਰ ਪਾਏ ਪਰਸ ਕੇ। ਸਤਿਗੁਰੂ ਜੀ ਦੇ ਦਰਸ਼ਨ ਪਰਸਣ ਵਾਸਤੇ ਗੁਰਸਿੱਖਾਂ ਅੰਦਰ ਚਾਅ ਰਹਿੰਦਾ ਹੈ। ਜੋ ਵੀ ਉਹ ਕਿਰਤ ਬਿਰਤ ਕਰਦੇ ਨੇ ਗੁਰਸਿੱਖ, ਉਹ ਜੋ ਦਸਵੰਧ ਦੀ ਮਾਇਆ ਹੁੰਦੀ ਹੈ, ਉਹ ਦਸਵੰਧ ਦੀ ਮਾਇਆ ਗੁਰੂ ਸਾਹਿਬ ਜੀ ਦੇ ਵਾਸਤੇ ਕੱਢ ਕੇ ਭੇਜਦੇ ਹਨ। ਜੈਸਾ ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਕਾਰ ਵਿਹਾਰ ਦਿੱਤਾ ਹੈ, ਕਿਰਤ ਬਿਰਤ ਦਿੱਤੀ ਹੋਈ ਹੈ, ਉਹਦੇ ਵਿੱਚੋਂ 10ਵਾਂ ਹਿੱਸਾ, ਜੇ 10ਵਾਂ ਨਹੀਂ ਤੇ 20ਵਾਂ, ਜੇ 20ਵਾਂ ਵੀ ਨਾ ਦੇ ਸਕੇ ਤੇ 30ਵਾਂ, 40ਵਾਂ, 50ਵਾਂ ਹਿੱਸਾ ਵੀ ਜਿੰਨਾ ਵੀ ਗੁਰੂ ਸਾਹਿਬ ਦਿੰਦੇ ਆ, ਉਹਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਗੁਰੂ ਕੇ ਨਿਮਿਤ ਉਹ ਗੁਰਸਿੱਖ ਕੱਢ ਕੇ ਭੇਜਦੇ ਹਨ। ਦਵੈ ਮਸੰਦ ਉਤ ਤੇ ਤਨ ਲਿਆਵੇ। 2 ਮਸੰਦ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਜਾ, 2 ਮਸੰਦ ਜਿਹੜੇ ਨੇ ਉਹਨਾਂ ਸਾਰੀਆਂ ਸੰਗਤਾਂ ਦੇ ਕੋਲੋਂ ਜੋ ਦਸਵੰਧ ਦੀ ਮਾਇਆ ਜਿੰਨੀ ਜਿੰਨੀ ਵੀ ਗੁਰਸਿੱਖ ਕੱਢਦੇ ਨੇ ਉਹ ਲੈ ਕੇ ਆਉਂਦੇ ਹਨ। ਅਧਿਕ ਅਰਧ ਤੇ ਆਪ ਛਪਾਵੇ। ਇਹ ਜਿਹੜੇ ਮਸੰਦ ਨੇ ਇਹ ਕੀ ਕਰਦੇ ਆ? ਸੰਗਤ ਵੱਲੋਂ ਜਿਹੜੀ ਦਸਵੰਧ ਦੀ ਮਾਇਆ, ਕਈ ਸਿੱਖ ਐਸੇ ਨੇ ਜੋ ਆਪਣੀ ਕਮਾਈ ਦਾ ਅੱਧਾ ਹਿੱਸਾ ਵੀ ਗੁਰੂ ਘਰ ਭੇਜ ਦਿੰਦੇ ਹਨ ਕਿ ਸਾਡਾ ਤਾਂ ਅੱਧੇ 'ਚ ਹੀ ਗੁਜ਼ਾਰਾ ਹੁੰਦਾ, ਹੋਰ ਵੱਧ ਕੀ ਕਰਨਾ ਹੈ। ਤੋ ਐਸੇ ਵੀ ਗੁਰਸਿੱਖ ਨੇ, ਤੋ ਉਹਨਾਂ ਸਿੱਖਾਂ ਦੀ ਜਿਹੜੀ ਮਾਇਆ ਇਹ ਮਸੰਦ ਲੈਂਦੇ ਨੇ।
ਇਹ ਮਸੰਦ ਕੀ ਕਰਦੇ ਨੇ? ਉਹਦੇ ਚੋਂ ਅੱਧ ਤੋਂ ਵੀ ਵੱਧ ਮਾਇਆ ਆਪ ਹੀ ਛਕਾ ਜਾਂਦੇ ਨੇ। ਤੇ ਗੁਰੂ ਘਰ ਦੇ ਵਿੱਚ ਅੱਧ ਪਚੱਦੀ ਉਹ ਵੀ ਕਿਤੇ ਪਹੁੰਚੇ ਤਾਂ ਪਹੁੰਚਦੀ ਹੈ। ਕੁਛ ਅਰਪੈ ਸਤ ਗੁਰੂ ਖਜ਼ਾਨੇ, ਉਹਦੇ ਵਿੱਚੋਂ ਕੁਝ ਕਮਾਇਆ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਲਿਆ ਕੇ ਅਰਪਣ ਕਰਦੇ ਨੇ ਮਸੰਦ। ਬਹੁ ਤਨ ਤੇ ਜਿਨ ਗਰਭ ਮਾਨੇ, ਇਹ ਮਸੰਦ ਬੜੇ ਹੰਕਾਰੇ ਹੋਏ ਨੇ। ਪੈਸੇ ਦਾ ਗਰੂਰ, ਕਿਉਂਕਿ ਮਾਇਆ ਮਤ ਬੌਰੀ ਕਰ ਦਿੰਦਾ ਹੈ। ਤੇ ਨਾਲੇ ਉਹ ਧਨ ਜਿਹੜਾ ਪੂਜਾ ਦਾ ਹੈ, ਜਿਹੜਾ ਗੁਰੂ ਕਾ ਹੈ, ਉਹ ਪੂਜਾ ਦਾ ਧਨ ਜਦੋਂ ਵੱਧ ਲੋੜ ਤੋਂ ਵੱਧ ਛਕਿਆ ਜਾਏ ਫਿਰ ਉਹ ਮਤ ਮਾਰ ਦਿੰਦਾ ਹੈ। ਤਨ ਨਿਰਵਾਹ ਮਾਤਰ ਗੁਰਸਿੱਖ ਪੂਜਾ ਦਾ ਧਨ ਗ੍ਰਹਿਣ ਕਰੇ, ਜਿਨ੍ਹਾਂ ਦਾ ਕੰਮ ਪੂਜਾ ਦੇ ਉੱਤੇ ਆਸ਼ਰਿਤ ਹੈ, ਜਿਨ੍ਹਾਂ ਦੀ ਰੋਜੀ ਰੋਟੀ ਪੂਜਾ ਆਸ਼ਰਿਤ ਚੱਲਦੀ ਹੈ, ਉਹ ਤਨ ਨਿਰਵਾਹ ਮਾਤਰ ਪਰਿਵਾਰ ਦਾ ਜਿੰਨਾ ਕੁ ਉਹਦੇ ਵਿੱਚ ਗੁਜ਼ਾਰਾ ਹੋ ਜੇ ਉਹਨਾਂ ਕੁ ਅੰਗੀਕਾਰ ਕਰੇ। ਪਰ ਜੇ ਲੋੜ ਤੋਂ ਵੱਧ ਗ੍ਰਹਿਣ ਕਰਦਾ ਹੈ ਤਾਂ ਫਿਰ ਉਹ ਪੂਜਾ ਦਾ ਧਨ ਮਤ ਮਾਰਨ, ਹੱਡ ਗਾਲਣ, ਕੰਮ ਕਰਨ ਨਾ ਦੇਣ। ਫਿਰ ਉਹਨਾਂ ਲਈ ਇਦਾਂ ਦੀ ਇਹ ਕਹਾਵਤ ਜਗਤ ਵਿੱਚ ਸਿੱਧ ਹੈ। ਇਹ ਜਿਹੜੇ ਹੰਕਾਰੀ ਮਸੰਦ ਨੇ, ਮਾਇਆ ਬਹੁਤ ਹੋ ਗਈ ਇਹਨਾਂ ਦੇ ਕੋਲ, ਇਹ ਹੰਕਾਰ ਦੇ ਵਿੱਚ ਹੈਂਕੜ ਵਿੱਚ ਰਹਿੰਦੇ, ਮਾਇਆ ਧਾਰੀ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਚੋੜਾ। ਇਦਾਂ ਦੀ ਬਿਰਤੀ ਨਾ ਮਸੰਦਾਂ ਦੀ ਹੋ ਚੁੱਕੀ ਹੈ। ਹੀਰੇ ਮੁਕਤਾ ਆਦ ਜਵਾਹਰ, ਗੁਰੂ ਕੇ ਸਿੱਖ ਜੋ ਵੀ ਭੇਜਦੇ ਨੇ ਉਹਨਾਂ ਵਿੱਚੋਂ ਹੀਰੇ, ਮੋਤੀ, ਹੋਰ ਬੜੇ ਬੜੇ ਕੀਮਤੀ ਆਭੂਸ਼ਣ ਗਹਿਣੇ ਆਨ ਰਾਖੇ ਪਾਸ ਅਜ਼ਾਹਰ, ਇਹ ਲਿਆ ਕੇ ਆਪਣੇ ਘਰ ਲੁਕਾ ਲੈਂਦੇ, ਗੁਰੂ ਸਾਹਿਬ ਤੱਕ ਨਹੀਂ ਪਹੁੰਚਣ ਦਿੰਦੇ, ਜਾਣ ਨਹੀਂ ਦਿੰਦੇ। ਵਸਤਰ ਵਿਭੂਖਨ ਮੋਲ ਬਡੇਰੇ, ਬੜੇ ਬੜੇ ਕੀਮਤੀ ਬਸਤਰ ਗਹਿਣੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਮੁੱਲ ਹੈ। ਸਿੱਖਨ ਤੇਲੇ ਰਾਖਤ ਡੇਰੇ, ਸਿੱਖ ਬੜੀ ਭਾਵਨਾ ਨਾਲ ਗੁਰੂ ਸਾਹਿਬ ਲਈ ਭੇਟ ਕਰਦੇ ਨੇ, ਲਿਆ ਕੇ ਆਪਣੇ ਘਰਾਂ 'ਚ ਸਾਂਭ ਲੈਂਦੇ ਨੇ। ਮਹਾਰਾਜ ਜੀ ਤੱਕ ਪਹੁੰਚਣ ਹੀ ਨਹੀਂ ਦਿੰਦੇ। ਇਹੋ ਜਿਹੇ ਖੋਟੇ ਮਸੰਦ ਹਨ। ਪੂਜਾ ਦਰਬ ਖਾਏ ਬੈਸਾਰੀ, ਔਰ ਪੂਜਾ ਦਾ ਧਨ ਸਾਰੀ ਉਮਰ ਬਹਿ ਕੇ ਖਾਂਦੇ ਹਨ। ਸ਼ਰਦਾ ਛੋੜ ਗਈ ਮਤ ਮਾਰੀ, ਸ਼ਰਦਾ ਨੂੰ ਛੱਡ ਦਿੱਤਾ ਇਹਨਾਂ ਨੇ, ਮਤ ਮਾਰੀ ਗਈ ਇਹਨਾਂ ਮਸੰਦਾਂ ਦੀ। ਇਹਨਾਂ ਦੀ ਮਤ ਖੋਟੀ ਹੋ ਚੁੱਕੀ ਹੈ, ਭ੍ਰਸ਼ਟ ਚੁੱਕੇ ਹਨ। ਹਮ ਸਕੇਲ ਗੁਰ ਕੋ ਤਨ ਦੈ ਹੈ, ਫਿਰ ਪਤਾ ਕੀ ਕਹਿੰਦੇ ਨੇ? ਕਹਿੰਦੇ ਅਸੀਂ ਪੈਸਾ ਇਕੱਠਾ ਕਰਕੇ ਗੁਰੂ ਜੀ ਨੂੰ ਦਿੰਨੇ ਆ। ਅਸੀਂ ਪੈਸਾ ਉਗਰਾ ਕੇ, ਭਲਾ ਤੁਹਾਨੂੰ ਕੌਣ ਪੈਸਾ ਦੇਵੇ? ਗੁਰਸਿੱਖ ਤਾਂ ਪੈਸਾ ਦਿੰਦੇ ਆ ਗੁਰੂ ਨਿਮਿਤ। ਪਰ ਇਹ ਖੋਟੇ ਮਸੰਦ ਕਹਿੰਦੇ ਅਸੀਂ ਗੁਰੂ ਸਾਹਿਬ ਜੀ ਨੂੰ ਪੈਸਾ ਇਕੱਠਾ ਕਰਕੇ ਦਿੰਦੇ ਹਾਂ। ਨਹੀਂ ਤਾਂ ਘਰ ਬੈਠੇ ਕਿਤ ਤੇ ਪੈ, ਨਹੀਂ ਤਾਂ ਗੁਰੂ ਜੀ ਨੂੰ ਘਰ ਬੈਠਿਆਂ ਕਿੱਥੋਂ ਕਿਸੇ ਨੂੰ ਪੈਸਾ ਮਿਲ ਜਾਣਾ? ਘਰ ਬੈਠਿਆਂ ਨੂੰ ਉਹਨਾਂ ਨੂੰ ਪੈਸੇ ਕਿਹਨੇ ਦੇ ਦੇਣੇ ਆ? ਇਹ ਤਾਂ ਅਸੀਂ ਇਕੱਠਾ ਕਰਕੇ ਭੇਜਦੇ ਹਾਂ। ਇਤਿਆਦਕ ਮਨ ਜਾਣਤ ਗਰਬੈ, ਇਹ ਤਾਂ ਹੰਕਾਰ ਕਰਕੇ ਆਪਣੇ ਮਨ 'ਚ ਬੜੀ ਟੇਢੀ ਬਿਰਤੀ ਰੱਖਦੇ ਨੇ ਖੋਟੇ ਮਸੰਦ। ਆਖੋ ਨਿਜ ਕਰ ਰਾਖੇ ਦਰਬੈ, ਖਾਲਸਾ ਜੀ, ਕੋਈ ਵੀ ਜ਼ੁਲਮ ਜਦੋਂ ਸਿਰੇ ਚੜ ਜਾਂਦਾ ਮੁੜ ਕੇ ਉਹਦਾ ਅੰਤ ਤਾਂ ਹੁੰਦਾ ਹੀ ਆ ਨਾ। ਐਸਾ ਤਾਂ ਨਹੀਂ ਹੁੰਦਾ ਵੀ ਕਿਸੇ ਚੀਜ਼ ਦਾ ਅੰਤ ਨਹੀਂ ਹੁੰਦਾ। ਪਰਮਾਤਮਾ ਹੀ ਹੈ ਜਿਹਦਾ ਅੰਤ ਨਹੀਂ ਹੁੰਦਾ, ਬਾਕੀ ਹਰ ਸ਼ੈ ਦਾ ਅੰਤ ਹੈ। ਅੱਤ ਦਾ ਵੀ ਤਾਂ ਇੱਕ ਦਿਨ ਅੰਤ ਆਉਂਦਾ ਹੀ ਹੈ ਨਾ। ਜਦੋਂ ਉੱਤੇ ਅਦਕ ਦੀ ਟਿੱਪੀ ਬਣ ਜੇ ਫਿਰ ਉਹਦਾ ਅੰਤ ਵੀ ਹੋ ਜਾਂਦਾ ਅੱਤ ਦਾ। ਐਸਾ ਨਹੀਂ ਵੀ ਸਦਾ ਹੀ ਅੱਤ ਰਹਿੰਦਾ। ਅੱਤ ਦੇ ਉੱਤੇ ਫਿਰ ਜਦੋਂ ਟਿੱਪੀ ਲੱਗ ਜੇ, ਉਹੀ ਅਦਕ ਘੁੰਮ ਜਾਏ ਨਾ, ਫਿਰ ਉਹੀ ਅੱਤ ਉਹਨਾਂ ਨੂੰ ਅੰਤ ਵਾਲੇ ਪਾਸੇ ਲੈ ਟੁਰਦਾ ਹੈ। ਹੁਣ ਇਹਨਾਂ ਨੇ ਅੱਤ ਚੁੱਕੀ ਹੋਈ ਸੀ ਮਸੰਦਾਂ ਨੇ। ਹੁਣ ਇਹ ਸੋਚ ਰਹੇ ਨੇ ਵੀ ਸਾਡੇ ਕਰਕੇ ਗੁਰੂ ਘਰ ਚੱਲਦਾ ਹੈ, ਔਰ ਬੜਾ ਹੰਕਾਰ ਕਰਕੇ ਲੱਖਾਂ ਰੁਪਈਆ ਗੁਰੂ ਘਰ ਦਾ ਆਪਣੇ ਘਰਾਂ ਦੇ ਵਿੱਚ ਭਰਦੇ ਹਨ। ਸਿੱਖ ਬੰਗਾਲੇ ਤੇ ਇੱਕ ਆਇਓ, ਬੰਗਾਲ ਤੋਂ, ਢਾਕੇ ਦੇ ਇਲਾਕੇ ਤੋਂ, ਕਿਉਂਕਿ ਢਾਕੇ 'ਚ ਬਹੁਤ ਗੁਰਸਿੱਖੀ ਰਹੀ ਹੈ, ਉੱਥੋਂ ਇੱਕ ਸਿੱਖ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਇਆ। ਪਹਿਲਾਂ ਤਾਂ ਉਹਨਾਂ ਸਿੱਖਾਂ ਦੀਆਂ ਘਾਲਣਾਵਾਂ ਵੇਖੋ, ਪ੍ਰਣਾਮ ਹੈ ਉਹਨਾਂ ਗੁਰਸਿੱਖਾਂ ਨੂੰ। ਅੱਜ ਵੀ ਸਾਡੇ ਕੋਲ ਕਿੰਨੇ ਸਾਧਨ ਨੇ। ਜਹਾਜ਼ ਤੇ ਵੀ ਜਾਣਾ ਹੋਵੇ, ਅਸੀਂ 2.5-3 ਘੰਟਿਆਂ 4 ਘੰਟਿਆਂ ਵਿੱਚ ਉੱਥੇ ਪਹੁੰਚ ਜਾਈਏ ਢਾਕੇ, ਤਾਂ ਵੀ ਸਾਡਾ ਸਰੀਰ ਥਕੇਵਾਂ ਮੰਨਦਾ। ਜੇ 4-5 ਘੰਟਿਆਂ 'ਚ ਵੀ ਪਹੁੰਚ ਜਾਈਏ
ਬਲਿਆਰ ਜਾਈਏ ਉਹਨਾਂ ਗੁਰਸਿੱਖਾਂ ਤੋਂ, ਗੁਰੂ ਨਾਲ ਕੈਸਾ ਪ੍ਰੇਮ। ਉਹ ਕਿੱਥੇ ਢਾਕਾ ਪੈਦਲ ਚੱਲ ਕੇ ਆਇਆ ਇਹ ਸਿੱਖ ਗੁਰੂ ਪਾਤਸ਼ਾਹ ਕੋਲ ਸ੍ਰੀ ਆਨੰਦਪੁਰ ਸਾਹਿਬ। ਕੱਲਾ ਇਹੀ ਸਿੱਖ ਨਹੀਂ, ਉਹਨਾਂ ਇਲਾਕਿਆਂ ਵਿੱਚ ਹੋਰ ਕਿਤਨੇ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਚੱਲ ਕੇ ਆਉਂਦੇ ਆ। ਅੱਜ ਕੱਲ ਤਾਂ ਸਿੱਖ ਕਹਿੰਦੇ ਆ ਵੀ ਸਾਡੇ ਦਰਵਾਜ਼ੇ ਦੇ ਕੋਲ ਹੀ ਗੁਰਦੁਆਰਾ ਹੋਵੇ, ਭੱਜ ਕੇ ਜਾ ਕੇ ਮੱਥਾ ਟੇਕ ਆਈਏ। ਜੇ ਕਿਤੇ ਥੋੜਾ ਜਿਹਾ 10-20 ਕਦਮ 50 ਕਦਮ ਜਾਂ 10-20 ਕਿੱਲੇ ਦੂਰ ਜਾਣਾ ਪਏ, ਕਹਿੰਦੇ ਨਹੀਂ ਜੀ ਆਪਣੇ ਨੇੜੇ ਗੁਰਦੁਆਰਾ ਬਣਾ ਲਈਏ ਜਿੱਥੇ ਜਾਣਾ ਆਉਣਾ ਸੌਖਾ ਹੋਵੇ। ਇੱਕ ਮਹੱਲੇ ਦੇ ਵਿੱਚ ਫਿਰ ਦੂਜਾ ਤੀਜਾ ਮਹੱਲਾ ਵੱਧਦਾ ਹੀ ਹੈ। ਚਲੋ ਜੇ ਗਿਣਤੀ ਬਹੁਤ ਜ਼ਿਆਦਾ ਹੋਵੇ ਤੇ ਇੱਕ ਤੋਂ ਦੂਸਰੇ ਗੁਰਦੁਆਰੇ ਦੀ ਜ਼ਰੂਰਤ ਹੋਵੇ ਤਾਂ ਠੀਕ ਹੈ, ਪਰ ਐਸਾ ਨਹੀਂ ਹੋਣਾ ਚਾਹੀਦਾ ਵੀ ਆਪਣੀ ਸਹੂਲਤ ਵਾਸਤੇ। ਬਹਾਨਾ ਆਪਣੀ ਸਹੂਲਤ ਦਾ ਹੁੰਦਾ, ਕਰਨੀ ਆਪਣੀ ਚੌਧਰਾਪਨ ਹੁੰਦਾ ਵੀ ਮੇਰਾ ਫਲਾਣੇ ਗੁਰਦੁਆਰੇ 'ਚ ਚੱਲਦਾ ਨਹੀਂ ਪ੍ਰਧਾਨਪੁਣਾ ਤੇ ਇੱਥੇ ਆਪਣਾ ਬਣਾ ਕੇ ਚਲਾ ਲੈਨੇ ਆ। ਉਹਦੇ ਵਿੱਚ ਸੰਗਤ ਦਾ ਕਿੰਨਾ ਨੁਕਸਾਨ ਕਿ ਸੰਗਤ ਦੀ ਏਕਤਾ ਇਕੱਠ ਜਿਹੜਾ ਹੁੰਦਾ ਉਹ ਗੁਰੂ ਘਰਾਂ ਵਿੱਚ ਘਟਦਾ ਹੈ, ਵੰਡੀ ਜਾਂਦੀ ਹੈ ਸੰਗਤ, ਗੁਰਪੁਰਬਾਂ ਤੇ ਵੰਡੀ ਜਾਂਦੀ ਹੈ। ਇਸ ਕਰਕੇ ਭਾਈ ਜੇ ਕਿਤੇ 5-7 ਕਿੱਲੇ 10 ਕਿੱਲੇ 20 ਕਿੱਲੇ ਚੱਲ ਕੇ ਜਾਣਾ ਵੀ ਪਵੇ ਗੁਰੂ ਘਰ ਤੱਕ, ਆਪਣੇ ਸਾਧਨ ਨੇ ਅੱਜ ਕੱਲ ਸਾਡੇ ਕੋਲ, ਤੇ ਭਾਈ ਉਸ ਵੇਲੇ ਨਾ ਸੋਚਿਆ ਕਰੋ, ਇਹੋ ਜਿਹੇ ਸਿੱਖਾਂ ਨੂੰ ਚੇਤੇ ਕਰਿਆ ਕਰੋ। ਬੰਗਾਲ ਤੋਂ ਪੈਦਲ ਟੁਰ ਕੇ ਆਇਆ ਸ੍ਰੀ ਆਨੰਦਪੁਰ ਸਾਹਿਬ, ਉਹਨਾਂ ਦੇ ਹੀ ਵਾਰਸ ਆ ਅਸੀਂ, ਉਹ ਸਾਡੇ ਬਜ਼ੁਰਗ ਨੇ, ਸਾਡੇ ਵਡੇਰੇ ਨੇ ਨਾ, ਇਹ ਸਿੱਖ ਸਾਡਾ ਇਤਿਹਾਸ ਹੈ। ਸੁਣੋ ਭਾਈ, ਬੰਗਾਲ ਤੋਂ ਚੱਲ ਕੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਹੈ। ਥਾਨ ਬਾਦਲਾ ਕੋ ਇੱਕ ਲਿਆਇਓ। ਬਾਦਲੇ ਦਾ ਜਰੀ ਬਾਦਲਾ ਬੜਾ ਉਧਰ ਕੱਪੜਾ, ਕਿਉਂਕਿ ਢਾਕੇ ਦੇ ਇਲਾਕੇ ਵਿੱਚ ਗੁਰੂ ਘਰ ਜਿਹੜਾ ਕੱਪੜਾ ਆਉਂਦਾ ਉਸ ਇਲਾਕੇ ਚੋਂ ਆਉਂਦਾ ਰਿਹਾ, ਉੱਥੋਂ ਦਾ ਕੱਪੜਾ, ਢਾਕੇ ਦੀ ਮਲਮਲ ਦੇ ਬਸਤਰ, ਬਾਦਲਾ, ਪਸ਼ਮੀਨੇ ਦੇ ਕੱਪੜੇ ਇੱਧਰ ਪਹਿਲਾਂ ਸਮਾਣੇ ਵਿੱਚ ਵੀ ਬਣਦੇ ਸਨ, ਪਰ ਉਧਰ ਵੀ ਕਾਫੀ ਸਮੇਂ ਤੱਕ ਮਹਾਰਾਜ ਜੀ ਦੇ ਘਰ ਜਿਹੜੇ ਬਸਤਰ ਸਨ, ਬੁਲਾਕੀ ਦਾਸ ਵਗੈਰਾ ਜਿਹੜੇ ਗੁਰੂ ਘਰ ਦੇ ਮਸੰਦ ਸੀ, ਉਹ ਮਹਾਰਾਜ ਜੀ ਲਈ ਭੇਜਦੇ ਰਹੇ ਨੇ। ਤੋ ਬਾਦਲੇ ਦਾ ਇੱਕ ਬੜਾ ਸੋਹਣਾ ਕੀਮਤੀ ਥਾਨ ਇਹ ਸਿੱਖ ਲੈ ਕੇ ਆਇਆ। ਕਰਿਓ ਆਨ ਆਨੰਦਪੁਰ ਡੇਰਾ। ਸ੍ਰੀ ਆਨੰਦਪੁਰ ਸਾਹਿਬ ਆ ਕੇ ਇੱਕ ਸਿੱਖ ਨੇ ਡੇਰਾ ਕੀਤਾ। ਔਰ ਸੰਗ ਜੈ ਸੰਗ ਕਨੇਰਾ। ਇਹਦੇ ਨਾਲ ਕੱਲਾ ਨਹੀਂ ਆਇਆ, ਹੋਰ ਵੀ ਕਈ ਸੰਗੀ ਸਿੱਖ ਆਏ ਹਨ। ਜਬ ਸਤਿਗੁਰ ਨੇ ਸਭਾ ਲਗਾਈ। ਕਲਗੀਧਰ ਜੀ ਨੇ ਜਦੋਂ ਸਭਾ ਲਾਈ, ਦੀਵਾਨ ਸਜਾਇਆ, ਦੇਨ ਲਗੇ ਦਰਸ਼ਨ ਸਮੁਦਾਈ। ਸਾਰੀ ਸੰਗਤ ਨੂੰ ਮਹਾਰਾਜ ਜੀ ਆਪਣੇ ਪਵਿੱਤਰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨ ਲੱਗੇ। ਪੂਰਬ ਕੀ ਸੰਗਤ ਜੋ ਭਾਰੀ। ਪੂਰਬ ਦੇਸ਼ਾਂ ਦੀ ਜਿਹੜੀ ਸਤਿਗੁਰਾਂ ਦੀ ਸੰਗਤ ਆਈ ਹੈ, ਅਨਕੇ ਅਕੋਰਨ ਕੋ ਕਰ ਧਾਰੀ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹਨਾਂ ਦੇ ਹੱਥਾਂ ਵਿੱਚ ਨੇ ਸਤਿਗੁਰਾਂ ਨੂੰ ਭੇਟਾ ਕਰਨ ਲਈ। ਪਹੁੰਚ ਕਰਿਓ ਦਰਸ਼ਨ ਗੁਰ ਕੇਰਾ। ਗੁਰੂ ਪਾਤਸ਼ਾਹ ਦੇ ਹਦੂਦ ਹਜ਼ੂਰੀ 'ਚ ਪਹੁੰਚ ਕੇ ਆ ਕੇ ਤਿਨਾਂ ਨੇ ਦਰਸ਼ਨ ਕੀਤੇ ਹਨ। ਬੰਦਨ ਕਰ ਕਰ ਪਾਓ ਕਨੇਰਾ। ਬੜੇ ਭਾਵ ਪ੍ਰੇਮ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਵੰਦਨਾ ਕੀਤੀ, ਨਮਸਕਾਰਾਂ ਕੀਤੀਆਂ। ਸਰਬ ਅਕੋਰ ਅਰਪ ਕਰ ਆਗੇ। ਅਨੇਕਾਂ ਅਕੋਰਾਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਧਰਿਓ ਥਾਨ ਜਗਮਗ ਦੁਤੀ ਜਾਗੇ। ਬੜਾ ਸੋਹਣਾ ਕੀਮਤੀ ਥਾਨ ਉਸ ਗੁਰਸਿੱਖ ਨੇ ਜਰੀ ਬਾਦਲੇ ਦਾ ਰੱਖਿਆ, ਜਿਹੜਾ ਜਗਮਗ ਕਰਦਾ। ਸਭਾ ਸਰਬ ਅਵਲੋਕਤ ਕਇਓ। ਸਾਰੀ ਸਭਾ ਨੇ, ਕਿਉਂਕਿ ਜ਼ਰੀ ਬਾਦਲੇ ਦਾ ਬਸਤਰ ਬੜਾ ਚਮਕਦਾ ਹੁੰਦਾ, ਬੜਾ ਸੋਹਣਾ ਬਣਿਆ ਹੋਇਆ, ਸਾਰਿਆਂ ਨੇ ਵੇਖਿਆ। ਵਸਤ ਅਜਾਇਬ ਇੱਕ ਇਹ ਲਇਓ। ਕਹਿੰਦੇ ਬੜੀ ਅਜਾਇਬ ਵਸਤੂ ਹੈ ਜਿਹੜੀ ਇਹ ਗੁਰਸਿੱਖ ਲੈ ਕੇ ਆਇਆ। ਆਗੇ ਇਸਕੇ ਸਾਹਮਣੇ ਦੇਖਾ। ਕਹਿਣ ਲੱਗੇ ਅੱਗੇ ਇਹਦੇ ਵਰਗਾ ਜ਼ਰੀ ਬਾਦਲੇ ਦਾ ਕੱਪੜਾ ਨਹੀਂ ਵੇਖਿਆ। ਲਗਿਓ ਹੋਏ ਗੋ ਦਰਬ ਵਿਸ਼ੇਖਾ। ਗੱਲਾਂ ਹੋਣ ਲੱਗੀਆਂ, ਕਹਿੰਦੇ ਇਹਦੇ ਤੇ ਤਾਂ ਬਹੁਤ ਖਰਚ ਆਇਆ ਹੋਵੇਗਾ, ਕਾਫੀ ਪੈਸੇ ਲੱਗੇ ਹੋਣਗੇ। ਜਬ ਸਤਿਗੁਰ ਤਿਸ ਔਰ ਨਿਹਾਰਾ। ਸਤਿਗੁਰੂ ਜੀ ਨੇ ਜਦੋਂ ਉਸ ਥਾਨ ਵੱਲ, ਉਸ ਕੱਪੜੇ ਵੱਲ ਵੇਖਿਆ, ਹੱਥ ਜੋਰ ਤਿਨ ਬਾਕੇ ਉਚਾਰਾ। ਕਿ ਜਾਣਨ ਵਾਸਤੇ ਵੀ ਇਹ ਵਸਤਰ ਪਹਿਲੀ ਵਾਰ ਆਇਆ ਹੈ। ਉਸ ਵੇਲੇ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਿਹਨੇ ਸਥਾਨ ਨੂੰ ਭੇਟਾ ਕੀਤਾ ਸੀ, ਹੇ ਪ੍ਰਭੂ ਪਟਿਓ ਥਾਨ ਇਕੇ ਆਗੇ। ਕਹਿਣ ਲੱਗਾ ਮਹਾਰਾਜ ਇਹਦੇ ਨਾਲ ਦਾ ਇੱਕ ਥਾਨ ਤਾਂ ਮੈਂ ਪਹਿਲਾਂ ਵੀ ਭੇਜਿਆ ਸੀ। ਗੁਰਦੇਵ ਨੇ ਲੀਲਾ ਵਰਤਾਈ,
ਕਹਿੰਦੇ ਬੜਾ ਸੋਹਣਾ ਕੀਮਤੀ ਜਰੀ ਬਾਦਲੇ ਦਾ ਥਾਨ ਆਇਆ। ਸਿੱਖ ਵੀ ਨਾਲ ਜਿਹੜੇ ਮਹਾਰਾਜ ਜੀ ਦੇ ਨਿਕਟਵਰਤੀ ਸੇਵਕ ਸਨ, ਕਹਿੰਦੇ ਪਹਿਲੀ ਵਾਰ ਵੇਖਿਆ ਇਹੋ ਜਿਹਾ ਬਸਤਰ। ਉਹ ਬੜਾ ਹੈਰਾਨ ਹੋ ਕੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਬਿਲਕੁਲ ਇਹੋ ਜਿਹਾ ਹੀ ਇਨ ਬਿਨ ਇੱਕ ਥਾਨ ਮੈਂ ਪਹਿਲਾਂ ਵੀ ਆਪ ਜੀ ਦੇ ਕੋਲ ਭੇਜਿਆ ਸੀ। ਇਸ ਕੀ ਸਮ ਜਿਸ ਕੋ ਤਨ ਲਾਗੇ। ਇਹਦੇ ਵਰਗਾ ਹੀ 19-21 ਦਾ ਵੀ ਫਰਕ ਨਹੀਂ ਹੋਣਾ, ਇਹਦੇ ਬਰਾਬਰ ਹੀ ਉਹਦੇ ਤੇ ਧਨ ਲੱਗਾ ਸੀ। ਉਤੋ ਜ਼ਨਾਨਾ ਏਓ ਮਰਦਾਨਾ। ਜਿਹੜਾ ਮੈਂ ਪਹਿਲਾਂ ਭੇਜਿਆ ਸੀ ਫਰਕ ਇੰਨਾ ਸੀ ਵੀ ਉਹ ਜਨਾਨਾ ਸੀ, ਇਹ ਮਰਦਾਨਾ ਹੈ। ਯਾਨੀ ਕਿ ਉਹ ਮਾਈਆਂ ਬੀਬੀਆਂ ਦੇ ਪਹਿਨਣ ਵਾਲਾ ਜਰੀ ਬਾਦਲਾ ਸੀ, ਇਹ ਪੁਰਸ਼ਾਂ ਦੇ ਪਹਿਨਣ ਵਾਲਾ ਹੈ। ਰਾਵਰ ਪੈਰਨ ਹਿਤ ਮੈਂ ਆਨਾ। ਉਹ ਜਿਹੜਾ ਪਹਿਲਾਂ ਭੇਜਿਆ ਸੀ ਮੈਂ ਆਪ ਜੀ ਦੇ ਮਹਿਲਾਂ ਲਈ ਭੇਜਿਆ ਸੀ, ਆ ਹੁਣ ਆਪ ਜੀ ਦੇ ਪਹਿਨਣ ਨੂੰ ਲਿਆਇਆ ਕਲਗੀਧਰ ਜੀ। ਇਹ ਮਰਦਾਨਾ, ਉਹ ਜਨਾਨਾ ਸੀ। ਪੂਰਬ ਪਟਿਓ ਜ਼ਨਾਨਾ ਜੋਏ। ਜਿਹੜਾ ਪਹਿਲਾਂ ਮੈਂ ਥਾਨ ਭੇਜਿਆ ਸੀ ਆਪ ਜੀ ਦੇ ਚਰਨਾਂ ਵਿੱਚ। ਪਹਿਰਿਓ ਮਾਤ ਕਿਦੋਂ ਨੇ ਸੋਏ। ਮਹਾਰਾਜ ਜੀ ਉਹ ਮਾਤਾ ਜੀ ਨੂੰ ਪਸੰਦ ਆਇਆ। ਮਾਤਾ ਜੀ ਨੇ ਪਹਿਨਿਆ ਕਿ ਨਹੀਂ ਪਹਿਨਿਆ? ਮਾਤਾ ਗੁਜਰੀ ਜੀ ਨੇ ਜਾਂ ਮਾਤਾ ਜੀਤੋ ਜੀ ਹੋਣਾ, ਮਾਤਾ ਸੁੰਦਰੀ ਜੀ ਹੋਣਾ ਨੇ, ਉਹਨਾਂ ਨੇ ਉਹ ਪਹਿਨਿਆ ਕਿ ਨਹੀਂ ਪਹਿਨਿਆ? ਕਰੋ ਭਾਵਨਾ ਪੂਰਨ ਮੇਰੀ। ਮਹਾਰਾਜ ਮੇਰੀ ਭਾਵਨਾ ਪੂਰਨ ਕਰੋ। ਪਹਿਰੋ ਬਸਤਰ ਆਪ ਇੱਕ ਬੇਰੀ। ਆਪ ਜੀ ਇਹ ਬਸਤਰ ਅੰਗੀਕਾਰ ਕਰ ਲਵੋ। ਕਲਗੀਧਰ ਸੁਨ ਕਰ ਕਹਿਓ। ਜਦੋਂ ਸਿੱਖ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਜੀ ਬੋਲੇ, ਪ੍ਰਥਮ ਥਾਨ ਤੋਂ ਹਮਨੇ ਲਇਓ। ਕਹਿੰਦੇ ਸਿੱਖਾ ਜਿਹੜਾ ਥਾਨ ਤੂੰ ਪਹਿਲੋਂ ਕਹਿਣਾ ਭੇਜਿਆ ਉਹ ਤਾਂ ਨਹੀਂ ਸਾਨੂੰ ਮਿਲਿਆ, ਉਹ ਤਾਂ ਨਹੀਂ ਸਾਡੇ ਤਾਈਂ ਪਹੁੰਚਿਆ। ਜਾਣੀ ਜਾਣ ਜਾਣਦੇ ਤਾਂ ਸਨ ਸਤਿਗੁਰੂ ਜੀ, ਖੇਡ ਵਰਤਾ ਰਹੇ ਨੇ, ਲੀਲਾ ਰਚ ਰਹੇ ਨੇ। ਕਹਿੰਦੇ ਉਹ ਪਹਿਲਾ ਜਿਹੜਾ ਥਾਨ ਸੀ ਸਾਡੇ ਤਾਈਂ ਨਹੀਂ ਪਹੁੰਚਿਆ। ਊਚੋ ਕੋਸ਼ਪਤੀ ਕੋ ਸੋਏ। ਕਹਿੰਦੇ ਖਜ਼ਾਨਚੀ ਨੂੰ ਪੁੱਛੀਏ ਵੀ ਖਜ਼ਾਨੇ 'ਚ ਨਾ ਉਹਨੇ ਸਾਂਭ ਕੇ ਰੱਖਿਆ ਹੋਵੇ। ਆਇਓ ਧਰਿਓ ਪਹੁੰਚਿਓ ਹੋਏ। ਜੇ ਪਹੁੰਚਿਆ ਹੋਇਆ ਤਾਂ ਉਹਨੇ ਜ਼ਰੂਰ ਖਜ਼ਾਨੇ 'ਚ ਸਾਂਭ ਕੇ ਰੱਖਿਆ ਹੋਵੇਗਾ। ਗਇਓ ਦਾਸ ਖੋਜਿਓ ਥਲ ਸਾਰੇ। ਸੇਵਾਦਾਰ ਖਜ਼ਾਨੇ 'ਚ ਗਿਆ ਜਿੱਥੇ ਮਹਾਰਾਜ ਜੀ ਦੀਆਂ ਸਾਰੀਆਂ ਵਸਤੂਆਂ ਸਾਂਭੀਆਂ ਹੁੰਦੀਆਂ, ਜਾ ਕੇ ਉੱਥੇ ਭਾਲ ਕੀਤੀ, ਲੱਭਿਆ ਸਾਰੀਆਂ ਥਾਵਾਂ ਤੇ। ਸਬਨ ਕਹਿਓ ਹਮ ਨਹੀਂ ਨਿਹਾਰੇ। ਉਹਨੇ ਆ ਕੇ ਦੱਸਿਆ ਮਹਾਰਾਜ ਜੀ ਖਜ਼ਾਨੇ 'ਚ ਏਦਾਂ ਦਾ ਕੋਈ ਥਾਨ ਨਹੀਂ ਆਇਆ, ਨਹੀਂ ਦਿਸਿਆ। ਸਿੱਖ ਕੋ ਬੂਝਿਓ ਤੈਂ ਕਿਸ ਦੀਨਾ। ਫਿਰ ਮਹਾਰਾਜ ਜੀ ਨੇ ਪੁੱਛਿਆ ਉਸ ਸਿੱਖ ਨੂੰ, ਕਹਿੰਦੇ ਭਾਈ ਤੂੰ ਦਿੱਤਾ ਕਿਹਨੂੰ ਸੀ ਉਹ ਥਾਨ ਭਲਾ? ਤੂੰ ਕਿਹਦੇ ਹੱਥੀਂ ਭੇਜਿਆ ਸੀ? ਕਿਨੂ ਨਾਨਿਓ ਹੇਰਨ ਕੀਨਾ। ਉਹ ਤਾਂ ਕੋਈ ਲਿਆ ਹੀ ਨਹੀਂ ਇੱਥੇ, ਨਾ ਅਸੀਂ ਵੇਖਿਆ ਨਾ ਸਾਡੇ ਖਜ਼ਾਨਚੀ ਨੇ ਵੇਖਿਆ। ਸੁਨਤ ਬੰਗਾਲੀ ਕਯੋ ਪ੍ਰਕਾਸ਼। ਸੁਣ ਕੇ ਉਹ ਬੰਗਾਲੀ ਸਿੱਖ ਯਾਨੀ ਕਿ ਬੰਗਾਲ ਦਾ ਰਹਿਣ ਵਾਲਾ ਉਹ ਸਿੱਖ ਬੋਲਿਆ, ਪ੍ਰਥਮ ਮਸੰਦ ਬੁਲਾਕੀ ਦਾਸ। ਕਹਿਣ ਲੱਗਾ ਮਹਾਰਾਜ ਸਾਡੇ ਢਾਕੇ ਦੇ ਵਿੱਚ ਪਹਿਲਾਂ ਗੁਰੂ ਘਰ ਦਾ ਇੱਕ ਮਸੰਦ ਭਾਈ ਬੁਲਾਕੀ ਦਾਸ ਸੀ। ਸੋ ਗੁਰਕਾਰ ਤਾਂ ਤੇ ਲੇਤ। ਬੁਲਾਕੀ ਦਾਸ ਗੁਰੂ ਘਰ ਦੀ ਜਿਹੜੀ ਦਸਵੰਧ ਦੀ ਮਾਇਆ ਸੀ ਉਹ ਸੰਗਤ ਦੇ ਕੋਲੋਂ ਗਰਾਇਆ ਕਰਦਾ ਸੀ। ਗੁਰ ਕੇ ਨਿਕਟੇ ਆਨ ਸਭ ਦੇਤ। ਉਹ ਲਿਆ ਕੇ ਗੁਰੂ ਘਰ ਦੇ ਵਿੱਚ ਭੇਟਾ ਕਰਿਆ ਕਰਦਾ ਸੀ। ਮਰੇ ਉਸ ਪਾਛੇ ਚਈਆ ਮਈਆ। ਮਹਾਰਾਜ ਭਾਈ ਬੁਲਾਕੀ ਦਾਸ ਜੀ ਸਰੀਰ ਛੱਡ ਗਏ ਨੇ ਕੁਝ ਸਮਾਂ ਪਹਿਲਾਂ, ਉਹ ਪਰਲੋਕ ਗਮਨ ਕਰ ਗਏ ਨੇ। ਉਹਨਾਂ ਦੀ ਥਾਂ ਤੇ ਮਹਾਰਾਜ ਜੀ ਦੋ ਮਸੰਦ ਜਿਹੜੇ ਸਾਡੇ ਉਸ ਇਲਾਕੇ ਦੇ ਵਿੱਚ ਫਿਰਦੇ ਨੇ ਗੁਰੂ ਘਰ ਵੱਲੋਂ, ਇੱਕ ਮਸੰਦ ਦਾ ਨਾਂ ਚਈਆ ਹੈ ਤੇ ਦੂਜੇ ਦਾ ਨਾਂ ਮਈਆ ਹੈ। ਉਸੇ ਇਲਾਕੇ ਦੇ ਲੋਕਾਂ ਦੇ ਨਾਂ ਇਦਾਂ ਦੇ ਹੁੰਦੇ ਸਨ, ਬੰਗਾਲ ਦੇ ਇਲਾਕੇ 'ਚ ਰਹਿਣ ਵਾਲੇ। ਕਹਿੰਦੇ ਚਈਆ ਤੇ ਮਈਆ ਮਹਾਰਾਜ ਜੀ ਇਹ ਦੋ ਮਸੰਦ ਸਨ ਸਾਡੇ ਇਲਾਕੇ 'ਚ ਫਿਰਦੇ। ਆਨੇ ਸਕਲ ਕਾਰ ਦਵੈ ਭਈਆ। ਇਹ ਦੋਵੇਂ ਹੀ ਭਰਾ ਨੇ ਸਕੇ, ਤਾਂ ਹੀ ਨਾਮ ਇੱਕੋ ਜਿਹੇ ਨੇ ਚਈਆ ਮਈਆ। ਜਿਹੋ ਜੇ ਨਾਂ ਉਹੋ ਜੀਆਂ ਮਹਾਰਾਜ ਇਹਨਾਂ ਦੀਆਂ ਆਦਤਾਂ ਹਨ। ਬਹੁਤਾ ਗੀਤ ਕੀਨ ਮੈਂ ਦੇਤ। ਮਹਾਰਾਜ ਜਦੋਂ ਮੈਂ ਉਹ ਜਰੀ ਬਾਦਲੇ ਦਾ ਕੱਪੜਾ ਇਹਨਾਂ ਚਈਏ ਮਈਏ ਨੂੰ ਦਿੱਤਾ ਸੀ, ਮੈਂ ਬਕਾਇਦਾ ਤਾਕੀਦ ਕਰਕੇ ਕਿਹਾ ਸੀ ਕਿ ਇਹ ਬੜਾ ਕੀਮਤੀ ਥਾਨ ਹੈ, ਇਹ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਭੇਟ ਕਰ ਦਿਓ। ਮੇਰੀ ਇੱਛਾ ਹੈ
ਕਿ ਸਤਿਕਾਰਯੋਗ ਮਾਤਾ ਗੁਜਰੀ ਜੀ, ਮਾਤਾ ਜੀਤੋ, ਮਾਤਾ ਸੁੰਦਰੀ ਜੀ ਇਸ ਥਾਨ ਨੂੰ ਇਹਦੇ ਬਸਤਰ ਬਣਾ ਕੇ ਆਪਣੇ ਸਰੀਰ ਤੇ ਧਾਰਨ ਕਰਨ। ਇਹ ਤਾਕੀਦ ਕਰਕੇ ਮੈਂ ਚਈਏ ਤੇ ਮਈਏ ਨੂੰ ਭੇਜਿਆ ਸੀ। ਅਰਪੋ ਜਾਤੇ ਗੁਰੂ ਨਿਕੇਤ, ਬਾਰ-ਬਾਰ ਕਿਹਾ ਸੀ ਭਾਈ ਰੱਬ ਦਾ ਵਾਸਤਾ ਹੈ ਗੁਰੂ ਚਰਨਾਂ 'ਚ ਹੀ ਭੇਟ ਕਰਿਓ ਜੇ, ਕਿਉਂਕਿ ਮਹਾਰਾਜ ਮੈਨੂੰ ਪਤਾ ਸੀ ਵੀ ਮਸੰਦ ਖੋਟੇ ਕੰਮ ਕਰਦੇ ਨੇ। ਇਹ ਬਹੁਤ ਸਾਰੀਆਂ ਵਸਤੂਆਂ ਗੁਰੂ ਘਰ ਤੱਕ ਪਹੁੰਚਣ ਹੀ ਨਹੀਂ ਦਿੰਦੇ, ਰਸਤੇ ਵਿੱਚ ਹੀ ਆਪਣੇ ਘਰਾਂ ਵੱਲ ਮੋੜ ਲੈਂਦੇ ਹਨ। ਤੋ ਇਸ ਕਰਕੇ ਮੈਂ ਬਕਾਇਦਾ ਬਾਰ-ਬਾਰ ਉਹਨਾਂ ਨੂੰ ਕਿਹਾ ਸੀ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਜਾ ਕੇ ਅਰਪਣ ਕਰਨਾ ਹੈ। ਨਿਕਟ ਹਕਾਰ ਬੂਜੀਏ ਤਾਈ, ਮਹਾਰਾਜ ਬੁਲਾਓ ਚਈਏ ਮਈਏ ਨੂੰ, ਆਏ ਹੋਏ ਨੇ ਇੱਥੇ ਆਨੰਦਪੁਰ ਸਾਹਿਬ ਹੀ ਰਹਿੰਦੇ ਨੇ। ਉਹ ਵੀ ਮਸੰਦਾਂ ਦੀ ਪੱਕੀ ਰਹਿائش ਇੱਥੇ ਹੀ ਸੀ, ਉਦਾਂ ਫਿਰਦੇ ਰਹਿੰਦੇ ਸੀ ਸੰਗਤ ਕੋਲੋਂ ਗਰਾਈ ਕਰਨ ਵਾਸਤੇ। ਮਹਾਰਾਜ ਜੀ ਇੱਥੇ ਹੀ ਰਹਿੰਦੇ ਨੇ ਚਈਆ ਮਈਆ ਦੋਵੇਂ। ਸੱਦੋ ਉਹਨਾਂ ਦੋਨਾਂ ਨੂੰ, ਬੁਲਾ ਕੇ ਪੁੱਛੋ ਦਿਓ ਬਾਦਲਾ ਕਿਸ ਕਰਮਾਈ, ਪੁੱਛੋ ਵੀ ਉਹਨਾਂ ਨੂੰ ਉਹ ਜਰੀ ਬਾਦਲੇ ਦਾ ਜਿਹੜਾ ਕੱਪੜਾ ਥਾਨ ਹੈ ਬਾਦਲੇ ਦਾ, ਕਿਹਨੂੰ ਦਿੱਤਾ ਚਈਏ ਮਈਏ ਨੇ? ਜੇ ਆਪ ਜੀ ਦੇ ਚਰਨਾਂ 'ਚ ਨਹੀਂ ਭੇਟ ਕੀਤਾ ਫਿਰ ਉਹਨਾਂ ਨੇ ਕਿੱਥੇ ਰੱਖਿਆ, ਕਿਹਨੂੰ ਦਿੱਤਾ ਹੈ? ਸੁਨਤ ਪ੍ਰਭੂ ਕੈ ਕੋਪ ਵਿਸਾਲਾ, ਸੁਣ ਕੇ ਪਾਤਸ਼ਾਹ ਵੀਰ ਰਸ ਵਿੱਚ ਆਏ। ਮਾਨੋ ਇਹਨਾਂ ਮਸੰਦਾਂ ਦਾ ਕਾਲ ਆ ਗਿਆ। ਵੀਰ ਰਸ ਨਹੀਂ ਆਇਆ, ਇਹਨਾਂ ਮਸੰਦਾਂ ਦਾ ਜਿਹੜੀ ਅੱਤ ਚੁੱਕੀ ਹੋਈ ਸੀ ਉਹ ਅੱਤ ਨੂੰ ਹੁਣ ਉੱਤੇ ਜਿਹੜੀ ਲੱਗੀ ਅਧਕ ਟਿੱਪੀ ਬਣਾ ਕੇ ਅੰਤ ਦੇ ਵਿੱਚ ਤਬਦੀਲ ਕਰ ਦਿੱਤਾ ਸਤਿਗੁਰੂ ਜੀ ਨੇ। ਕਰਿਓ ਹੁਕਮ ਆਨਿਓ ਤਤਕਾਲਾ, ਹੁਕਮ ਕੀਤਾ ਮਹਾਰਾਜ ਜੀ ਨੇ, ਬੁਲਾਓ ਨਾ ਮਸੰਦਾਂ ਨੂੰ ਦੋਨਾਂ ਨੂੰ, ਚਈਏ ਮਈਏ ਨੂੰ ਸੱਦੋ ਇੱਥੇ ਸਾਡੇ ਦਰਬਾਰ ਦੇ ਵਿੱਚ। ਮਹਾਰਾਜ ਜੀ ਦਾ ਹੁਕਮ ਸੁਣ ਕੇ ਗੁਰਸਿੱਖ ਸੇਵਾਦਾਰ ਗਏ, ਜਾ ਕੇ ਆਖਿਆ ਚਈਆ ਮਈਆ ਜੀ ਸੱਦਾ ਆਇਆ ਹੈ, ਮਹਾਰਾਜ ਜੀ ਦਾ ਹੁਕਮ ਆਇਆ ਹੈ। ਚਈਆ ਮਈਏ ਦੇ ਮੂੰਹ ਵੱਲ ਵੇਖੇ ਤੇ ਮਈਆ ਚਈਏ ਵੱਲ ਤੱਕੇ, ਵੀ ਇਦਾਂ ਦਾ ਹੀ ਹੁਕਮ ਪਹਿਲਾਂ ਵੀ ਇੱਕ ਮਸੰਦ ਨੂੰ ਆਇਆ ਸੀ, ਚੇਤੋ ਨੂੰ, ਜਿਹਨੂੰ ਗੁੜ ਪਾਇਆ ਸੀ ਬਣਾ ਕੇ ਨਾ, ਸ਼ੀਰਨੀ ਬਣਾ ਕੇ ਉਹਨੂੰ ਇਸ਼ਨਾਨ ਕਰਾਇਆ ਸੀ। ਵੀ ਕਿਤੇ ਹੁਣ ਸਾਡੇ ਇਸ਼ਨਾਨ ਦੀ ਵਾਰੀ ਤਾਂ ਨਹੀਂ ਆ ਗਈ? ਪਾਪੀਆਂ ਨੂੰ ਆਪਣੇ ਕੀਤੇ ਪਾਪ ਦਾ ਭੈ ਤਾਂ ਹੁੰਦਾ ਹੀ ਹੈ ਨਾ, ਵੀ ਹੁਣ ਉਹਦਾ ਤਾਂ ਨਹੀਂ ਦੰਡ ਮਿਲਣਾ। ਜਿਵੇਂ ਨਾ ਮਸੰਦਾਂ ਨੂੰ ਦੰਡ ਮਿਲ ਰਿਹਾ ਹੈ, ਇਹਨਾਂ ਨੂੰ ਸੋਧਾ ਲੱਗ ਰਿਹਾ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਉਹ ਪਾਵਨ ਕਥਾ ਵਿੱਚ ਚੰਗੇ ਮਸੰਦ ਵੀ ਸਨ, ਕਿਉਂਕਿ ਬੁਰੇ ਵੀ ਨੇ ਵਿੱਚ ਭਲੇ ਵੀ ਹਨ। ਜਿਹੜੇ ਭਲੇ ਨੇ ਮਹਾਰਾਜ ਜੀ ਨੇ ਉਹਨਾਂ ਨੂੰ ਸਤਕਾਰਿਆ ਵੀ ਹੈ, ਪਰ ਮਸੰਦ ਪ੍ਰਥਾ ਸदैवी ਕਾਲ ਲਈ ਮਹਾਰਾਜ ਜੀ ਨੇ ਸਮਾਪਤ ਕੀਤੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ ਅਗਨਾਸ, ਹੈ ਪੁਰਨ ਹੈ ਸਰਬ ਮੈਂ, ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਕੀ ਸਦਾ ਬਵੇਕ, ਹੈ ਅਪਰੰਪਰ ਹਰ ਹਰੇ, ਹੈ ਪੀਓ ਅਣਿਆਰ, ਹੈ ਸੰਤਹ ਕੈ ਸਦਾ ਸੰਗ, ਨਾਰਾਇਣ
ਨਿਹਾਰ। हे ठाकुर हो दासरो ਮੈਂ ਨਿਰਗੁਣ ਗੁਣ ਨਹੀਂ ਕੋਏ। नानक दीजै नाम दान ਰਾਖੋਈਐ ਪਰੋਏ। आए प्रभ शरणागति ਕਿਰਪਾ ਨਿਧ ਦਿਆਲ। एक अखर हर मन बस्तो ਨਾਨਕ ਓਤ ਨਿਹਾਲ। वाहिगुरु नाम जहाज है ਚੜੇ ਸੋ ਤੇਰੇ ਪਾਰ। जो शरदा कर से बंदे ਗੁਰ ਪਾਰ ਉਤਾਰ ਨਿਹਾਰ। वाहिगुरु नाम जहाज है ਚੜੇ ਸੋ ਤੇਰੇ ਪਾਰ। जो शरदा कर से बंदे ਗੁਰ ਪਾਰ ਉਤਾਰ ਨਿਹਾਰ। वाहिगुरु जी का खालसा वाहिगुरु जी की फतेह।